मैं फिर निहचल भावे। निहचल चतुर सुजान विधाता, चंचल जगत सवाया। ज्ञान ध्यान गुण अंक समाने, प्रभ भाणे तां पाया। गीत नाद कवित कवि सुन, राम नाम दुख भागै। नानक सातन नहा प्यारी, अब भगति फिर आगै। गीत नाद कवित कवि सुन, राम नाम दुख भागै। नानक सातन नहा प्यारी, अब भगति फिर आगै। वाहिगुरु जी का खालसा, वाहिगुरु जी की फतेह। सतगुरां दी पावन पवित्र पाक हजूरी विच जुड़ बैठे सत्कारयोग सतसंगी जनों, सतगुरां दे पावन दर ते मिले होए सवासां दी पूंजी नूं सफल करन वास्ते हाज़रियां लवा रहे हों। साडी ये पूंजी सफल ही होवे, आओ गुरु पिता जी का जो उपदेश तुखारी राग दे विच दर्ज है, जगत गुरु धन धन गुरु नानक पातशाह जी का। गुरु नानक पातशाह जी ने 12 माह तुखारी राग दे विच उचारण किया है, कि जिस दी अमृत वेले आपां विचार की, वो 12 माह माज राग दे विच गुरु अर्जन देव जी महाराज का उचारण किया होया है। आओ जो मूल उपदेश सतगुरां ने बख्शिया है, उसका मूल पाठ तुसी सरवण किया है। मगर महा भला हर गुण अंक समावे, गुणवंती गुण रवै मैं फिर निहचल भावे। गुरु नानक पातशाह इत्थे सानू समझा रहे हैं कि साडा मगर दा महीना तां ही भला है जे अकाल पुरख वाहिगुरु दे गुण साडे हिरदे विच समा गए हैं। क्योंकि ये जिहड़ा जीवन है, जे रब दे गुण ने तां प्रवान है वाहिगुरु दी दरगाह विच। जे ये अवगुणां नाल भरिया होया है, ना इत्थे प्रवान ना उत्थे प्रवान। ताईं दा गुरु अमरदास महाराज के चरनां च भट्टा ने अरदास की सी, गुरु अर्जन देव जी गुरु रामदास महाराज, साडी अरदास है तुहाडे चरनां विच, हम अवगुण भरे एक गुण नाही। अमृत छाड़ विखै विख खाही, माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुरु रामदास राखो सरनाई। भी सच्चे पातशाह साडी हालत ये है, असी अवगुणां नाल भरे होए हैं। साडा की होएगा इस लोक विच ते परलोक दे विच। आओ अपने अवगुणां की पहचान करिए अते गुणां नूं गुरु कोलों सिखिए कि गुण की हुंदे ने। गुण साडे जीवन विच किहड़ी तब्दीली करदे हन। मैं कई बारी बेनती करदा, अवगुण इस तरह जिवें शरीर
ਬਾੜ ਦੀ ਵਿਸ਼ੈਲੀ ਖੁਰਾਕ ਖਾਵੇ ਤੇ ਸਰੀਰ ਬਿਮਾਰ ਰਹਿਣ ਲੱਗ ਪੈਂਦਾ ਹੈ, ਸਰੀਰ ਨੂੰ ਦੁੱਖ ਪਹੁੰਚਦਾ ਹੈ। ਤੇ ਗੁਣ ਇੱਦਾਂ ਨੇ ਜਿਵੇਂ ਕਿ ਘਰ ਦੀ ਬਣੀ ਹੋਈ ਖੁਰਾਕ ਬੰਦਾ ਖਾਂਦਾ, ਉਹਦੇ ਨਾਲ ਬਿਮਾਰ ਵੀ ਨਹੀਂ ਹੁੰਦਾ ਤੇ ਸਰੀਰ ਸਵਸਥ ਵੀ ਰਹਿੰਦਾ ਹੈ, ਪੈਸੇ ਵੀ ਬਚਦੇ ਨੇ। ਆਓ ਪਿਆਰ ਨਾਲ ਗੱਲਾਂ ਨੂੰ ਸਮਝੀਏ ਜੋ ਗੁਰਦੇਵ ਨੇ ਸਾਨੂੰ ਉਪਦੇਸ਼ ਬਖਸ਼ਿਆ। ਜਿਤਨੀਆਂ ਵੀ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਹਨ, ਸਾਰੀਆਂ ਹੀ ਭਾਗਾਂ ਵਾਲੀਆਂ ਹਨ। ਸੋ ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰੀ ਸਾਰਿਆਂ ਨੇ ਗੁਰੂ ਮੰਤਰ ਦੀ ਸਾਂਝ ਕਰਨੀ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ 12 ਮਾਹ ਬਾਣੀ ਹੈ, ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੇ ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹਨਾਂ ਦੋਨਾਂ ਬਾਣੀਆਂ ਦੇ ਵਿੱਚ ਹੀ ਸਾਨੂੰ ਅਹਿਸਾਸ ਕਰਾਇਆ ਗਿਆ ਹੈ ਆਪਣੇ ਕਰਮਾਂ ਦਾ, ਕਿਉਂਕਿ ਸਾਰੀ ਜਿਹੜੀ ਖੇਡ ਹੈ ਮਨੁੱਖ ਦੇ ਕਰਮਾਂ ਦੀ ਹੈ। ਥੋੜ੍ਹੀ ਇਕਾਗਰਤਾ ਬਖਸ਼ੋ। ਬੱਚਿਆਂ ਨੂੰ ਬੇਨਤੀ ਹੈ, ਭਾਈ ਚੁੱਪ ਕਰਕੇ ਸਾਵਧਾਨ ਹੋ ਕੇ ਵਿਚਾਰ ਸੁਣੋ, ਤਾਂ ਕਿ ਗੁਰੂ ਮਹਾਰਾਜ ਜੀ ਦੀ ਜਿਹੜੀ ਵਿਚਾਰ ਹੈ ਉਹ ਅਸੀਂ ਵੀ ਗ੍ਰਹਿਣ ਕਰੀਏ ਤੇ ਹੋਰਨਾਂ ਨੂੰ ਵੀ ਗ੍ਰਹਿਣ ਕਰਨ ਦੇਈਏ। ਮੇਰੇ ਗੁਰੂ ਪਿਤਾ ਨੇ ਬੜਾ ਤਰਸ ਕੀਤਾ, ਬੜੀ ਕਿਰਪਾ ਕੀਤੀ, ਸਾਨੂੰ ਇਹ ਸਮਝਾਇਆ ਕਿ ਸਾਡਾ ਜਿਹੜਾ ਮਿਲਿਆ ਹੋਇਆ ਮਨੁੱਖਾ ਜੀਵਨ ਹੈ, ਉਸ ਜੀਵਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਪਰਮਾਤਮਾ ਨੇ ਇਹ ਜ਼ਿੰਦਗੀ ਬਖਸ਼ੀ, ਤਾਂ ਹੁਣ ਤੱਕ ਜਿਤਨੀ ਵੀ ਜ਼ਿੰਦਗੀ ਸਾਡੀ ਲੰਘੀ ਹੈ, ਜਦੋਂ 12 ਮਹੀਨੇ ਪੂਰੇ ਹੁੰਦੇ ਨੇ ਫਿਰ ਅਸੀਂ ਕਹਿੰਦੇ 1 ਸਾਲ ਹੋ ਗਿਆ। ਇਸ ਤਰ੍ਹਾਂ ਹੀ ਫਿਰ ਦੂਜਾ ਸਾਲ ਲੱਗਿਆ, ਤੀਜਾ ਸਾਲ ਲੱਗਿਆ। ਹੁਣ ਤੱਕ ਜਿੱਥੇ ਅਸੀਂ ਜਿਸ ਪੜਾਅ 'ਤੇ ਬੈਠੇ ਹਾਂ, ਜਿਤਨੀ ਉਮਰਾਂ ਲੈ ਕੇ ਅਸੀਂ ਬੈਠੇ ਹਾਂ, ਕੋਈ 5 ਸਾਲ ਦਾ ਬੱਚਾ ਹੋਏਗਾ, ਕੋਈ 10 ਸਾਲ ਦਾ, ਕੋਈ 18 ਦਾ, ਕੋਈ 25 ਦਾ, ਕੋਈ 30 ਦਾ, ਕੋਈ 50 ਦਾ, ਕੋਈ 60 ਦਾ। ਕਿਸੇ ਵੀ ਪੜਾਅ 'ਤੇ ਅਸੀਂ ਬੈਠੇ ਹਾਂ, ਜ਼ਿੰਦਗੀ ਦੇ ਇਹ ਸਾਲ ਮਹੀਨੇ ਸਾਡੀ ਜ਼ਿੰਦਗੀ 'ਚ ਆਏ। ਯਾਦ ਰੱਖਿਓ, ਹਰ ਇੱਕ ਸਾਲ, ਹਰ ਇੱਕ ਮਹੀਨਾ, ਹਰ ਇੱਕ ਦਿਨ, ਹਰ ਇੱਕ ਵਾਰ, ਹਰ ਇੱਕ ਥਿਤ ਸਫਲੀ ਕਿਵੇਂ ਕਰਨੀ ਹੈ, ਸਤਿਗੁਰ ਨੇ ਬਾਣੀ 'ਚ ਸਾਨੂੰ ਉਪਦੇਸ਼ ਦਿੱਤਾ ਹੈ ਵੀ ਸਾਡੇ ਜੀਵਨ ਦੇ ਵਿੱਚ ਕੋਈ ਸਮਾਂ ਐਸਾ ਨਾ ਹੋਵੇ ਜਿਹੜਾ ਸਮਾਂ ਅਜਾਈਂ ਲੰਘ ਜਾਏ। ਹਰ ਘੜੀ, ਹਰ ਸਮਾਂ ਸਾਡਾ ਸਫਲਾ ਹੋਣਾ ਚਾਹੀਦਾ। ਤੇ ਪਿਆਰ ਵਾਲਿਓ, ਯਾਦ ਰੱਖਣਾ, ਗੁਰਦੇਵ ਪਿਤਾ ਅੱਜ ਦੇ ਉਪਦੇਸ਼ ਵਿੱਚ ਸਾਨੂੰ ਇਹ ਦ੍ਰਿੜ ਕਰਾ ਰਹੇ ਨੇ ਕਿ ਅਸੀਂ ਸੰਸਾਰ ਦੇ ਵਿੱਚ ਆ ਕੇ, ਸੰਸਾਰ ਦੇ ਮਗਰ ਲੱਗ ਕੇ ਕੁਝ ਐਸੇ ਕਰਮ ਕਰਦੇ ਹਾਂ ਕਿ ਆਪਣੀ ਪ੍ਰਭੂ ਸੱਤਾ ਨਾਲ ਜੀਵ ਆਤਮਾ ਦੇ ਖਸਮ ਪਤੀ ਪਰਮਾਤਮਾ ਨਾਲੋਂ ਵਿਛੜ ਜਾਂਦੇ ਹਾਂ। ਉਸਦੇ ਨਾਲ ਸਾਡਾ ਵਿਛੋੜਾ ਪੈ ਜਾਂਦਾ ਹੈ। ਤੇ ਵਿਛੋੜਾ ਕੀ ਕਰਦਾ ਹੈ? ਦੁੱਖ ਨੂੰ ਜਨਮ ਦਿੰਦਾ ਹੈ। ਮਿਲਾਪ ਜਿਹੜਾ ਹੈ ਉਹ ਸੁੱਖ ਨੂੰ ਜਨਮ ਦਿੰਦਾ ਹੈ, ਵਿਛੋੜਾ ਦੁੱਖ ਨੂੰ ਜਨਮ ਦਿੰਦਾ ਹੈ। ਦੁਨੀਆਵੀ ਤੌਰ ਤੋਂ ਬਣੇ ਸੰਬੰਧ ਵੀ ਜਦੋਂ ਸਾਡੇ ਵਿਛੜ ਜਾਂਦੇ ਨੇ, ਅਸੀਂ ਦੁਖੀ ਹੁੰਦੇ ਹਾਂ। ਪੂਰੀ ਰਾਤ ਅਸੀਂ ਰੋਟੀ ਨਹੀਂ ਖਾਂਦੇ, ਕਿਉਂਕਿ ਦੁਨੀਆਵੀ ਇੱਕ ਸੰਬੰਧ ਬਣਿਆ ਸੀ, ਕਿਤੇ ਪ੍ਰੇਮ ਬਣਿਆ ਸੀ ਮਾਤਾ ਨਾਲ, ਪਿਤਾ ਨਾਲ, ਭੈਣ ਨਾਲ, ਭਰਾ ਨਾਲ, ਤੇ ਉਹ ਵੀ ਕਿਤੇ ਵਿਛੜ ਜਾਏ ਤੇ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ। ਤੇ ਇਹ ਤੇ ਰੂਹਾਨੀ ਜੀਵਨ ਦਾ ਫਲਸਫਾ ਹੈ ਨਾ। ਅੰਦਰ ਦੀ ਜ਼ਿੰਦਗੀ ਦੀ ਗੱਲ ਗੁਰਮਤਿ ਨੇ ਕੀਤੀ ਹੈ, ਅੰਦਰ ਦੀ। ਇਹ ਗੱਲ ਵੱਖਰੀ ਹੈ ਕਿ ਬਾਹਰ ਦੇ ਵਿਛੋੜੇ ਦਾ ਸਾਨੂੰ ਸਾਰਿਆਂ ਨੂੰ ਅਹਿਸਾਸ ਹੋ ਜਾਂਦਾ ਹੈ। ਮਾਂ ਵਿਛੜੇ ਅਹਿਸਾਸ ਹੁੰਦਾ ਹੈ, ਪਿਤਾ ਵਿਛੜੇ ਅਹਿਸਾਸ ਹੁੰਦਾ ਹੈ, ਪਤਨੀ ਵਿਛੜੇ ਅਹਿਸਾਸ ਹੁੰਦਾ ਹੈ, ਪਤੀ ਵਿਛੜੇ ਅਹਿਸਾਸ ਹੁੰਦਾ ਹੈ। ਪਰ ਸਾਡੀ ਜਿੰਦ ਦਾ ਜਿਹੜਾ ਖਸਮ ਪਰਮਾਤਮਾ ਉਹ ਵਿਛੜ ਗਿਆ, ਉਹਦਾ ਸਾਨੂੰ ਅਹਿਸਾਸ ਨਹੀਂ ਹੈ। ਜਿਸ ਦਿਨ ਗੁਰਬਾਣੀ ਦੀ ਸੰਗਤ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਵਾਂਗੇ ਨਾ, ਤੇ ਗੁਰੂ ਸਾਹਿਬ ਸਾਨੂੰ ਅਹਿਸਾਸ ਕਰਾਉਣਗੇ। ਮਹਾਰਾਜ ਆਖਣਗੇ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਸ ਪਿੰਜਰ ਮੈਂ ਬਿਰਹਾ ਨਹੀਂ
ਸੋ ਤਨ ਜਾਨ ਮਸਾਨ। ਜਿਸ ਪਿੰਜਰ ਦੇ ਵਿੱਚ, ਸਰੀਰ ਰੂਪੀ ਪਿੰਜਰੇ ਵਿੱਚ ਵਿਛੋੜੇ ਦਾ ਅਹਿਸਾਸ ਨਹੀਂ, ਉਹ ਤਾਂ ਮਸਾਨ ਹੈ, ਸ਼ਮਸ਼ਾਨ ਹੈ, ਮੜੀ ਹੈ। ਮੜੀ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਕਿ ਕਿਤਨੇ ਮੁਰਦੇ ਸੜ ਗਏ ਨੇ। ਇੱਕ ਵਾਰ ਉਚਾਰਨ ਕਰੋ ਸਤਨਾਮ। ਰੋਜ਼ ਆ ਕੇ ਸੜਦੇ ਨੇ, ਫਿਰ ਇਕੱਠਾ ਕਰ ਲਈਦੇ ਨੇ, ਫਿਰ ਆ ਕੇ ਸੜਦੇ ਨੇ, ਫਿਰ ਇਕੱਠੇ ਕਰ, ਉੱਥੇ ਕੋਈ ਅਹਿਸਾਸ ਨਹੀਂ। ਅਤੇ ਇਸ ਤਨ ਨੂੰ ਵੀ ਸਦੋਂ ਕਹਿੰਦੇ ਜੇ ਵਿਛੋੜੇ ਦਾ ਅਹਿਸਾਸ ਨਹੀਂ ਨਾ, ਸਮਝ ਲਓ ਤੂੰ ਮਸਾਨ ਹੀ, ਉਸ ਤੋਂ ਬਾਅਦ ਕੁਛ ਵੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਮਹਾਰਾਜ ਕਹਿੰਦੇ ਸੋ ਤਨ ਜਾਣ ਮਸਾਨ, ਉਸ ਤਨ ਨੂੰ ਮਸਾਨ ਹੀ ਸਮਝ, ਸ਼ਮਸ਼ਾਨ ਘਾਟ ਹੀ ਸਮਝ। ਦੇਖੋ ਨਾ, ਗੁਰੂ ਨਾਨਕ ਪਾਤਸ਼ਾਹ ਜਦੋਂ ਵੇਈ ਨਦੀ ਤੋਂ ਬਾਹਰ ਆਉਂਦੇ ਨੇ, ਸੁਲਤਾਨਪੁਰ ਦੇ ਨਗਰ ਨਿਵਾਸੀਆਂ ਕੋਲ ਵੀ ਆ ਸਕਦੇ ਸਨ, ਪਰ ਉੱਥੋਂ ਨਿਕਲ ਕੇ ਗੁਰੂ ਨਾਨਕ ਪਾਤਸ਼ਾਹ ਸਿੱਧੇ ਸ਼ਮਸ਼ਾਨ ਘਾਟ ਜਾਂਦੇ ਨੇ। ਅਤੇ ਸ਼ਮਸ਼ਾਨ ਘਾਟ ਵਿੱਚ ਬੈਠੇ ਹੋਇਆਂ ਦਾ ਪਤਾ ਲੱਗਦਾ ਵੀ ਸ਼ਮਸ਼ਾਨ ਘਾਟ 'ਚ ਬੈਠੇ ਨੇ। ਸਾਰੇ ਲੋਕ ਇਕੱਠੇ ਹੋ ਕੇ ਗਏ, ਕਿਉਂਕਿ 3 ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੋਈ ਅਤਾ ਪਤਾ ਨਹੀਂ ਸੀ। ਅੱਜ 3 ਦਿਨ ਬਾਅਦ ਵੇਈ ਨਦੀ ਤੋਂ ਬਾਹਰ ਆਏ, ਸ਼ਮਸ਼ਾਨ ਘਾਟ 'ਚ ਬੈਠੇ ਜਾ ਕੇ। ਵੈਸੇ ਸ਼ਮਸ਼ਾਨ ਘਾਟ ਦਾ ਅਰਥ ਸਮਝ ਲੈਣਾ ਚਾਹੀਦਾ। ਸ਼ਮਸ਼ਾਨ, ਸ਼ਾਨ ਦਾ ਅਰਥ ਹੁੰਦਾ ਇੱਜ਼ਤ, ਸਾਨੋ ਸ਼ੌਕਤ, ਸਮ ਦਾ ਅਰਥ ਹੁੰਦਾ ਬਰਾਬਰ। ਜਿੱਥੇ ਸਭ ਦੀ ਸ਼ਾਨ ਬਰਾਬਰ ਹੁੰਦੀ ਉਹਨੂੰ ਸ਼ਮਸ਼ਾਨ ਕਹਿੰਦੇ ਨੇ। ਉੱਥੇ ਅਮੀਰ ਵੀ ਉੱਥੇ ਸੜ ਰਿਹਾ, ਗਰੀਬ ਵੀ ਉੱਥੇ ਸੜ ਰਿਹਾ। ਅਮੀਰ ਨੂੰ ਵੀ ਉਸ ਤਰ੍ਹਾਂ ਹੀ ਲੱਕੜਾਂ 'ਤੇ ਸੜਨਾ ਪੈ ਰਿਹਾ, ਅਤੇ ਗਰੀਬ ਨੂੰ ਵੀ ਉੱਥੇ ਸੜਨਾ ਪੈ ਰਿਹਾ। ਜਿਨ੍ਹਾਂ ਦਾ ਕੋਈ ਵਲੀ ਵਾਰਿਸ ਨਹੀਂ, ਉਹਨਾਂ ਨੂੰ ਵੀ ਉੱਥੇ ਸੜਨਾ ਪੈ ਰਿਹਾ। ਸਭ ਦੀ ਸ਼ਾਨ ਉੱਥੇ ਬਰਾਬਰ ਹੈ। ਮਰਨ ਤੋਂ ਪਹਿਲਾਂ ਸ਼ਾਨਾਂ ਚੱਕੀ ਫਿਰਦੇ ਸੀ ਵੀ ਸਾਡੀ ਬੜੀ ਇੱਜ਼ਤ ਹੈ, ਸਾਡੇ ਕੋਲ ਤਨ ਪਦਾਰਥ ਨੇ, ਬੜੀ ਇੱਜ਼ਤ, ਸ਼ਾਨ ਦੇ ਮਾਲਕ ਹਾਂ। ਪਰ ਸ਼ਮਸ਼ਾਨ ਘਾਟ ਜਾ ਕੇ ਸਾਰਿਆਂ ਦੀ ਸ਼ਾਨ ਇੱਕ ਬਰਾਬਰ ਹੋ ਜਾਂਦੀ, ਉਹਨੂੰ ਸ਼ਮਸ਼ਾਨ ਘਾਟ ਕਹਿੰਦੇ। ਉੱਥੇ ਸ਼ਾਨ 'ਚ ਕੋਈ ਫਰਕ ਨਹੀਂ। ਕਦੀ ਵੀ ਵੇਖਣਾ ਸ਼ਮਸ਼ਾਨ ਘਾਟ ਸਾਰਿਆਂ ਦੀ ਸ਼ਾਨ ਇੱਕ ਬਰਾਬਰ ਹੈ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਸਮਝਾਉਂਦੇ ਨੇ, ਭਾਈ ਆਪਣੀ ਜ਼ਿੰਦਗੀ ਦੇ ਅੰਦਰ ਵਿਛੋੜੇ ਦਾ ਅਹਿਸਾਸ ਪੈਦਾ ਕਰ। ਤੁਸੀਂ ਆਖੋਗੇ ਸਾਨੂੰ ਅਹਿਸਾਸ ਹੁੰਦਾ ਹੀ ਨਹੀਂ, ਕਿਵੇਂ ਕਰੀਏ? ਸਮਝ ਲਓ ਜੇ ਜੀਵਨ 'ਚ ਦੁੱਖ ਨੇ, ਜੀਵਨ 'ਚ ਤਕਲੀਫਾਂ ਨੇ, ਜੀਵਨ ਦੇ ਵਿੱਚ ਕਲ ਕਲੇਸ਼ ਹੈ, ਅਤੇ ਇਹ ਅੰਦਰ ਨੂੰ ਵਿਚਾਰ ਕਰਕੇ ਇਹ ਗੱਲ ਨੂੰ ਹਿਰਦੇ ਘਰ ਵਿੱਚ ਵਸਾ ਲੈਣਾ ਚਾਹੀਦਾ ਕਿ ਇਹ ਕਾਰਨ ਹੈ ਵਿਛੋੜੇ ਦਾ। ਵਿਛੜੇ ਹੋਇਆਂ ਤਾਂ ਕਰਕੇ ਦੁੱਖ ਹੈ, ਕਲੇਸ਼ ਹੈ, ਤਾਂ ਕਰਕੇ ਜੀਵਨ ਵਿੱਚ ਸਾਡੇ ਘਰ ਵਿੱਚ ਕਲ ਕਲੇਸ਼ ਨੇ, ਕਿਉਂਕਿ ਰੱਬ ਜੀ ਨਾਲੋਂ, ਗੁਰੂ ਸਾਹਿਬ ਦੇ ਸਿਧਾਂਤ ਨਾਲੋਂ ਟੁੱਟੇ ਹੋਇਆਂ, ਵਿਛੜੇ ਹੋਇਆਂ। ਜਿਹੜਾ ਵੀ ਜਗਿਆਸੂ ਜੁੜ ਜਾਂਦਾ ਉਸਦੇ ਘਰ ਦਾ ਕਲੇਸ਼ ਮੁੱਕ ਜਾਂਦਾ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਕਿਉਂਕਿ ਫਿਰ ਇਸ ਵਿਚਾਰਧਾਰਾ 'ਚ ਜਿਉਂਦਾ, ਦੁਨੀਆ ਵਾਲੀ ਵਿੱਚ ਨਹੀਂ ਜਿਉਂਦਾ। ਕਿਉਂਕਿ ਦੁਨੀਆ ਵਾਲੀ ਜਿਹੜੀ ਵਿਚਾਰਧਾਰਾ, ਉਹਦੇ ਵਿੱਚ ਨਵਾਂ ਰੂਪ ਚਾਹੀਦਾ, ਨਵਾਂ ਰੰਗ ਚਾਹੀਦਾ, ਨਵਾਂ ਧਨ ਚਾਹੀਦਾ। ਪਰ ਇਸ ਵਿਚਾਰਧਾਰਾ ਦੇ ਨਾਲ ਜਿਹੜਾ ਜੁੜਦਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਮੇਰੇ ਕੋਲ ਜੋ ਵੀ ਕੁਛ ਹੈ, ਰੱਬ ਨੇ ਮੇਰੀ ਔਕਾਤ ਤੋਂ ਵੱਧ ਦਿੱਤਾ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਸਮਝ ਆ ਜਾਂਦੀ ਹੈ ਜੀਵਨ ਦੀ। ਇਸ ਕਰਕੇ ਜਦੋਂ ਤੁਸੀਂ ਗੁਰੂ ਦਰ 'ਤੇ ਆਉਂਦੇ ਹੋ ਨਾ, ਮੇਰੇ ਸਾਹਿਬ ਜੀ ਦੇ ਚਰਨਾਂ 'ਚ ਬਹਿੰਦੇ ਹੋ, ਤਾਂ ਆਪਣੇ ਹਿਰਦੇ ਨੂੰ ਰੋਜ਼ ਵਾਚਿਆ ਕਰੋ, ਸੱਚੇ ਪਾਤਸ਼ਾਹ ਮੈਂ ਕਿਸ ਜ਼ਿੰਦਗੀ ਨੂੰ ਜੀ ਰਿਹਾ ਹਾਂ, ਕਿ ਸੱਚੀ ਮੁੱਚੀ ਮੇਰੀ ਜ਼ਿੰਦਗੀ 'ਚ ਕਲੇਸ਼ ਨੇ, ਦੁੱਖ ਨੇ, ਦੁਵਿਧਾਵਾਂ ਹਨ, ਚਿੰਤਾਵਾਂ ਹਨ। ਇਹ ਸਭ ਵਿਛੋੜੇ ਦੀ ਨਿਸ਼ਾਨੀ ਹੈ। ਜਿਸ ਦਿਨ ਮਿਲ ਗਏ, ਨਾ ਕੋਈ ਚਿੰਤਾ ਰਹੇਗੀ, ਨਾ ਕੋਈ ਦੁੱਖ ਰਹੇਗਾ। ਤਾਂ ਕਰਕੇ ਪਿੱਛੇ ਵੀ ਗੁਰੂ ਸਾਹਿਬ ਨੇ ਦੱਸਿਆ ਸੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਕਤਕ ਕਰਮ ਕਮਾਉਣੇ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਅਸੀਂ ਜੋ ਕਰਮ ਕਰਦੇ ਹਾਂ ਨਾ, ਉਹਨਾਂ ਕਰਮਾਂ ਦੀ ਹੀ ਸਾਰੀ ਖੇਡ ਹੈ। ਕਰਮ ਕਰਕੇ ਮਿਲਾਪ ਹੈ, ਕਰਮਾਂ ਕਰਕੇ ਵਿਛੋੜਾ ਹੈ। ਕਰਮ ਸਾਡੇ ਕਈ ਕਿਸਮ ਦੇ ਹੁੰਦੇ ਹਨ। ਕਈ ਵਾਰੀ ਅੱਖਾਂ ਨਾਲ ਕੁਝ ਕਰਮ ਹੋ ਰਹੇ ਨੇ, ਰਸਨਾ ਨਾਲ ਬੋਲ ਕੇ ਵੀ ਕਰਮ ਹੋ ਰਿਹਾ, ਸੁਣ ਕੇ ਵੀ ਕਰਮ ਹੋ ਰਿਹਾ, ਪੈਰਾਂ ਨਾਲ ਚੱਲ ਕੇ ਵੀ ਕਰਮ ਹੋ ਰਿਹਾ, ਹੱਥਾਂ ਨਾਲ ਕਰਕੇ ਵੀ ਕਰਮ ਹੋ ਰਿਹਾ। ਇਹ ਗੱਲ ਵੱਖਰੀ ਹੈ ਕਿ ਸਾਨੂੰ ਆਪਣੇ ਸਰੀਰ ਦੇ ਵੱਲੋਂ ਜਿਹੜੇ ਕਰਮ ਹੋ ਰਹੇ ਨੇ, ਉਹਨਾਂ ਕਰਮਾਂ ਦਾ ਅਹਿਸਾਸ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਆਖੀ, ਕਹਿਣ ਲੱਗੇ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਮੈਂ ਆਪਣੇ ਕਰਮਾਂ ਦੀ ਗਤ ਹਾਲਤ ਕੀ ਜਾਣ ਸਕਦਾ ਹਾਂ।
ਤੁਸੀਂ ਆਖੋਗੇ ਸਾਨੂੰ ਤਾਂ ਅਹਿਸਾਸ ਹੀ ਨਹੀਂ ਹੁੰਦਾ ਕਰਮਾਂ ਦਾ। ਕਈ ਵਾਰੀ ਸਾਡਾ ਪਰਿਵਾਰ ਹੈ, ਘਰ ਦੇ ਵਿੱਚ ਅਸੀਂ ਜੀ ਰਹਿੰਦੇ ਹਾਂ, ਮਾਤਾ ਪਿਤਾ ਭੈਣ ਭਰਾ ਪਤੀ ਪਤਨੀ, ਅੱਖਾਂ ਜੇ ਸਾਡੇ ਕਿਸੇ ਹੋਰ ਪਾਸੇ ਨੇ, ਉਹ ਵੀ ਗਲਤ ਕਰਮ ਕਰ ਰਹੀਆਂ ਨੇ, ਉਹ ਵੀ ਸਾਡੇ ਸਾਥੀ ਨੂੰ ਦੁੱਖ ਦੇ ਰਹੀਆਂ ਹੋ ਸਕਦੀਆਂ। ਅਸੀਂ ਗਲਤ ਕੰਨਾਂ ਨਾਲ ਸੁਣਿਆ, ਉਹ ਵੀ ਸਾਡੇ ਸਾਥੀ ਨੂੰ ਦੁੱਖ ਦੇ ਰਿਹਾ ਹੋ ਸਕਦਾ ਹੈ। ਰਸਨਾ ਨਾਲ ਅਸੀਂ ਕੋੜਾ ਬੋਲਦੇ, ਉਹ ਵੀ ਸਾਡੇ ਵਿਛੋੜੇ ਦਾ ਕਾਰਨ ਹੋ ਸਕਦਾ ਹੈ। ਯਾਦ ਰੱਖਿਓ, ਜੀਵਨ ਦੇ ਅੰਦਰ ਆਪਾਂ ਸੋਚਦੇ ਵੀ ਜੋ ਕੋਈ ਗਲਤ ਹੋਵੇ ਉਹ ਗਲਤ ਹੈ, ਅਸਲ ਹਰ ਰੋਜ਼ ਅਸੀਂ ਬਹੁਤ ਕੁਝ ਗਲਤ ਕਰ ਰਹੇ ਹੁੰਦੇ ਹਾਂ, ਪਰ ਸਾਨੂੰ ਅਹਿਸਾਸ ਨਹੀਂ ਹੈ ਕਿ ਇਹ ਗਲਤ ਹੋ ਰਿਹਾ। ਇਸ ਕਰਕੇ ਗੁਰਮਤਿ ਕਹਿੰਦੀ ਹੈ, ਚੰਗਾ ਦੇਖ, ਚੰਗਾ ਬੋਲ, ਚੰਗਾ ਸੁਣ। ਚੰਗਾ ਦੇਖਣਾ, ਚੰਗਾ ਬੋਲਣਾ, ਚੰਗਾ ਸੁਣਨਾ। ਸਰੋਤ ਚੰਗੀ ਹੋਣੀ ਚਾਹੀਦੀ, ਚੰਗੀ ਚੀਜ਼ਾਂ ਸੁਣਨੀਆਂ ਚਾਹੀਦੀਆਂ। ਇਹ ਵੀ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਚੰਗੀ ਚੀਜ਼ਾਂ ਦਾ ਅਸਰ ਘੱਟ ਸਮਾਂ ਰਹਿੰਦਾ ਹੈ, ਮਾੜੀਆਂ ਚੀਜ਼ਾਂ ਅਸਰ ਛੇਤੀ ਕਰਦੀਆਂ ਔਰ ਅਸਰ ਵੀ ਜ਼ਿਆਦਾ ਸਮਾਂ ਰਹਿੰਦਾ ਹੈ। ਮਾੜੀ ਚੀਜ਼ ਦੇਖ ਲਓ, ਉਹ ਜ਼ਿਆਦਾ ਸਮਾਂ ਅਸਰ ਰੱਖੇਗੀ ਤੁਹਾਡੇ ਉੱਤੇ। ਮਾੜੀ ਗੱਲ ਸੁਣ ਲਓ, ਉਹ ਜ਼ਿਆਦਾ ਸਮਾਂ ਤੁਹਾਡੇ ਅੰਦਰ ਟਿਕੀ ਰਹੇਗੀ। ਚੰਗੀ ਗੱਲ ਤਾਂ ਹੁਣੇ ਸੁਣੀ ਅਤੇ ਬਾਹਰ ਗਏ ਅਤੇ ਨਿਕਲ ਗਈ। ਉਹ ਸੰਗਤ ਆ ਕੇ ਕਹਿੰਦੀ ਹੈ ਜੀ, ਪੌੜੀਆਂ ਉਤਰਦੇ ਅਤੇ ਪਤਾ ਹੀ ਨਹੀਂ ਲੱਗਦਾ ਕੀ ਆਖਿਆ ਸੀ ਕੀ ਨਹੀਂ ਆਖਿਆ। ਤੁਸੀਂ ਆ ਜਿਹੜੀ ਵਿਚਾਰ ਕੀਤੀ ਹੈ, ਪੱਲੇ ਬੰਨ੍ਹ ਨਹੀਂ ਸਕੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਤੂੰ ਆਪਣੇ ਕੀਤੇ ਹੋਏ ਕਰਮਾਂ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਵਿਛੜ ਗਿਆ। ਜਿਵੇਂ ਜਿਵੇਂ ਅਸੀਂ ਜਨਮ ਲੈਂਦੇ ਹਾਂ, ਸੰਸਾਰ ਦੇ ਵਿੱਚ ਆਉਂਦੇ ਹਾਂ, ਅਸੀਂ ਕਰਮ ਕਰਦੇ ਹਾਂ, ਉਹ ਕਰਮ ਸਾਨੂੰ ਰੱਬ ਨਾਲੋਂ ਦੂਰ ਕਰੀ ਜਾਂਦੇ ਹਨ। ਇਸ ਕਰਕੇ ਗੁਰਮਤਿ ਕਹਿੰਦੀ, ਆਪਣੇ ਕਰਮਾਂ ਨੂੰ ਸੁਧਾਰ। ਫਰੀਦਾ ਜਿੰਨੀ ਕਮੀ ਨਾਹੀਂ ਗੁਣ, ਬੋਲੋ ਸਾਰੇ ਤੇ ਕਮੜੇ ਵਿਸਾਰ। ਜਿਨ੍ਹਾਂ ਕੰਮਾਂ 'ਚ ਕੋਈ ਲਾਭ ਨਹੀਂ, ਉਹਨਾਂ ਨੂੰ ਛੱਡ ਦੇ। ਜਿਨ੍ਹਾਂ ਕੰਮਾਂ 'ਚੋਂ ਕੋਈ ਲਾਭ ਨਹੀਂ, ਉਹਨਾਂ ਕੰਮਾਂ ਨੂੰ ਛੱਡ ਦੇ। ਕਿਸੇ ਨਿੰਦਾ ਚੁਗਲੀ ਕਰਦੇ ਹਾਂ, ਕੋਈ ਲਾਭ ਥੋੜ੍ਹੀ ਹੈ। ਕੀ ਮਿਲਦਾ ਸਾਨੂੰ? ਕਰ ਧਨ ਸਾਡੇ ਘਰ ਨਹੀਂ ਆ ਰਿਹਾ, ਸ਼ਾਂਤੀ ਸਾਡੇ ਘਰ ਨਹੀਂ ਆ ਰਹੀ, ਸੁੱਖ ਸਾਡੇ ਘਰ ਨਹੀਂ, ਫਿਰ ਕਿਉਂ ਕਰਨੀ ਹੈ? ਨਿੰਦਾ ਕਰਦੇ ਹਾਂ, ਕਿਸੇ ਦੂਜੇ ਦੀ ਨਿੰਦਾ ਕਰਨੀ ਬੰਦ ਕਰ ਦਈਏ। ਅੱਜ ਸਿੱਖ ਕੇ ਜਾਓ ਕਿ ਆਪਾਂ ਆਪਣੇ ਜੀਵਨ ਵਿੱਚ ਗੁਣਾਂ ਨੂੰ ਕਿਵੇਂ ਸੰਭਾਲਣਾ ਹੈ ਅਤੇ ਜੀਵਨ 'ਚ ਔਗੁਣ ਕਿਵੇਂ ਦੂਰ ਕਰਨੇ ਹਨ। ਕੋਈ ਬੰਦਾ ਤਾਸ਼ ਖੇਡ ਰਿਹਾ, ਉਹਦੇ ਵਿੱਚ ਨਾ ਘਰਦਿਆਂ ਨੂੰ ਕੋਈ ਲਾਭ, ਨਾ ਮੇਰੇ ਮਾਲਕ ਦੀ ਕੁਦਰਤ ਨੂੰ ਕੋਈ ਲਾਭ, ਨਾ ਮੇਰੇ ਕਾਦਰ ਨੂੰ ਕੋਈ ਲਾਭ। ਬੇਅਰਥੀ ਜੂਆ ਖੇਡੀ ਜਾ ਰਿਹਾ। ਗੁਰਮਤਿ ਇਸ ਕਰਕੇ ਜੂਆ ਖੇਡਣ ਨੂੰ ਮਨਾ ਕਰਦੀ ਹੈ। ਮੈਨੂੰ ਕਈ ਵਾਰੀ ਮੈਂ ਪਾਰਕ ਚਲਾ ਜਾਂਦਾ ਅਤੇ ਕਈ ਸਿੱਖ ਵੀ ਮਿਲ ਜਾਂਦੇ ਨੇ, ਹੋਰ ਜਿਹੜੇ ਜਾਣਦੇ ਨੇ ਉਹ ਵੀ ਮਿਲ ਜਾਂਦੇ ਨੇ, ਨਮਸਕਾਰ ਹੁੰਦੀ ਹੈ, ਫਤਿਹ ਹੁੰਦੀ ਹੈ। ਅਤੇ ਮੈਂ ਪੁੱਛਦਾ, ਭਾਈ ਕੀ ਕਰਦੇ ਹੋ? ਕਹਿੰਦੇ ਤਾਸ਼ ਖੇਡ ਰਹੇ ਸੀ। ਮੈਂ ਕੀ ਲਾਭ ਹੈ? ਕੋਈ ਲਾਭ ਹੈ? ਕਹਿੰਦੇ ਟਾਈਮ ਪਾਸ ਹੋ ਰਹੇ ਹਾਂ, ਕਰ ਰਹੇ ਹਾਂ। ਮੈਂ ਕਿ ਟਾਈਮ ਪਾਸ ਤਾਂ ਕੁਦਰਤ ਦੀ ਸੇਵਾ ਕਰਕੇ ਵੀ ਕਰ ਸਕਦੇ ਹੋ। ਬੂਟਿਆਂ ਨੂੰ ਪਾਣੀ ਪਾ ਦਿਓ, ਸਾਫ ਸਫਾਈ ਕਰ ਦਿਓ, ਟਾਈਮ ਤਾਂ ਉਦੋਂ ਵੀ ਪਾਸ ਹੋ ਜਾਣਾ। ਪਰ ਤਾਸ਼ ਖੇਡ ਕੇ ਤੁਸੀਂ ਆਪਣੇ ਜੀਵਨ ਨੂੰ ਮਿਲੇ ਹੋਏ ਵਕਤ ਨੂੰ ਅਜਾਈ ਗਵਾ ਰਹੇ ਹੋ। ਕਿਉਂਕਿ ਸੇਵਾ ਕਰੋਗੇ, ਬੂਟਿਆਂ ਨੂੰ ਪਾਣੀ ਪਾਓਗੇ ਅਤੇ ਆਉਣ ਵਾਲੀ ਤੁਹਾਡੀ ਜਨਰੇਸ਼ਨ ਨੂੰ ਅਸੀਂ ਤੁਹਾਨੂੰ ਦੇਣਗੇ। ਕਿਉਂਕਿ ਸਾਡੇ ਬਜ਼ੁਰਗ ਚੰਗੇ ਰੁੱਖ ਲਾ ਕੇ ਗਏ, ਉਹਨਾਂ ਦੀ ਸੰਭਾਲ ਕਰਕੇ ਗਏ, ਅੱਜ ਅਸੀਂ ਆਕਸੀਜਨ ਲੈ ਰਹੇ ਹਾਂ। ਤੁਸੀਂ ਸਮਾਂ ਜਾਇਆ ਕਰਨਾ, ਹੋਰ ਕੁਛ ਵੀ ਨਹੀਂ ਕਰ ਰਹੇ। ਇਸ ਕਰਕੇ ਗੁਰਮਤਿ ਕਹਿੰਦੀ ਹੈ ਕਿ ਆਪਣੇ ਜੀਵਨ ਦੇ ਵਿੱਚੋਂ ਜਿਹੜੇ ਕੰਮਾਂ ਦਾ ਕੋਈ ਲਾਭ ਨਹੀਂ, ਜਿਵੇਂ ਮੈਂ ਨਿੰਦਾ ਦੀ ਗੱਲ ਕੀਤੀ, ਜਿਵੇਂ ਮੈਂ ਤਾਸ਼ ਖੇਡਣ ਦੀ ਗੱਲ ਕੀਤੀ, ਇਹਨਾਂ ਦਾ ਕੋਈ ਲਾਭ ਨਹੀਂ। ਹੋਰ ਵੀ ਸਾਡੇ ਐਸੇ ਬੇਅੰਤ ਕਰਮ ਹਨ ਜਿਨ੍ਹਾਂ ਕੰਮਾਂ ਦਾ ਨਾ ਸਾਡੀ ਜ਼ਿੰਦਗੀ ਨੂੰ ਕੋਈ ਲਾਭ ਹੈ, ਨਾ ਦੂਜੇ ਨੂੰ ਕੋਈ ਲਾਭ ਹੈ। ਗੁਰਮਤਿ ਕਹਿੰਦੀ ਉਹ ਕੰਮ ਕਰ ਜਿਸ ਦੇ ਰਾਹੀਂ ਕਿਸੇ ਨੂੰ ਕੋਈ ਨਾ ਕੋਈ ਲਾਭ ਹੋਣਾ ਚਾਹੀਦਾ, ਭਾਵੇਂ ਤੈਨੂੰ ਹੋਵੇ ਭਾਵੇਂ ਦੂਜੇ ਨੂੰ ਹੋਵੇ। ਆਪਾਂ ਨੂੰ ਕਿਹੜਾ ਕੰਮ ਕਰਨਾ ਚਾਹੀਦਾ? ਜਿਸ ਦੇ ਨਾਲ ਕੋਈ ਕਿਸੇ ਨੂੰ ਲਾਹਾ ਪ੍ਰਾਪਤ ਹੋਵੇ। ਮਹਾਰਾਜ ਤਾਂ ਇੱਥੇ ਤੱਕ ਆਖਦੇ ਨੇ, ਆਪਣਾ ਜਿਹੜਾ ਕੰਮ ਹੈ ਨਾ, ਆਪਣਾ ਵਿਗਾੜਨਾ ਸੰਡ ਹੈ। ਆਪਣਾ ਕੰਮ ਵਿਗਾੜ ਕੇ ਦੂਜੇ ਦਾ ਕੰਮ ਸਵਾਰਨਾ। ਕਈ ਵਾਰੀ ਜੇ ਸਮਾਂ ਹੀ ਵੇਸਟ ਕਰਨਾ ਨਾ, ਜੇ ਆਪਣਾ ਕੰਮ ਵਿਗੜਦਾ ਤੇ ਵਿਗੜ ਜਾਏ, ਗੁਰੂ ਸਾਹਿਬ ਕਹਿੰਦੇ ਵੀ ਦੂਜੇ ਦਾ ਕੰਮ ਸਵਾਰ ਦੇ। ਜੇ ਤੈਨੂੰ ਗੱਲ ਸਮਝ ਆ ਗਈ ਹੈ ਨਾ ਜੀਵਨ ਦੀ, ਤੇ ਦੂਜੇ ਦਾ ਕਿਸੇ ਦਾ ਕੰਮ ਸਵਾਰ ਦੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਤੂੰ ਇਹ ਜੀਵਨ ਦੇ ਵਿੱਚ ਰੱਬੀ ਗੁਣਾਂ ਨੂੰ ਸਮਝ ਲਏਗਾ, ਆਪਣੇ ਵਿਛੋੜੇ ਦੇ ਅਹਿਸਾਸ ਨੂੰ ਸਮਝ ਲਏਗਾ ਕਿ ਹਾਂ ਵਿਛੋੜੇ ਦਾ ਕਾਰਨ ਇਹ ਹੈ,
ਜਦੋਂ ਸਮਝ ਲਵਾਂਗੇ ਘਰ ਦੇ ਵਿੱਚ ਲੜਾਈ ਦਾ ਕਾਰਨ ਮੇਰੇ ਇਹ ਬੋਲ ਨੇ, ਤੇ ਫਿਰ ਉਹਨਾਂ ਨੂੰ ਬੋਲਣਾ ਬੰਦ ਕਰ ਦੇਵਾਂਗੇ। ਦੇਖੋ ਨਾ ਕਿਵੇਂ ਸਤਿਗੁਰਾਂ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਇੱਕ ਫਿੱਕਾ ਨਾ ਗਲਾਏ, ਮਾਨਕ ਸਭ ਅਮੁੱਲ ਵੇ। ਸਤਿਗੁਰੂ ਕਹਿੰਦੇ ਫਿੱਕਾ ਵਚਨ ਨਾ ਬੋਲਿਆ ਕਰ। ਸਾਰੇ ਮਨੁੱਖ ਅਮੋਲਕ ਹਨ, ਬੜੇ ਕੀਮਤੀ ਹਨ ਸਾਰੇ। ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਫਿੱਕਾ ਬੋਲੇਗਾ ਤੇ ਹਰ ਇੱਕ ਦੇ ਹਿਰਦੇ 'ਚ ਰੱਬ ਬੈਠਾ ਹੈ। ਇੱਕ ਫਿੱਕਾ ਨਾ ਗਲ ਆਏ, ਸਭਨਾ ਮੈਂ ਸੱਚਾ ਧਣੀ, ਮਾਨਕ ਸਭ ਅਮੋਲ ਵੇ। ਸਾਰਿਆਂ 'ਚ ਪਰਮਾਤਮਾ ਬੈਠਾ ਹੋਇਆ ਤੇ ਸਾਰੇ ਮਨੁੱਖ ਅਮੋਲਕ ਹਨ। ਇਹਦਾ ਦਿਲ ਕਿਉਂ ਦੁਖਾਨਾ ਹੈ? ਇੱਕ ਵਾਰੀ ਨਾ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ। ਉਹ ਜਿਤਨੀ ਵੀ ਸੰਗਤ ਆਉਂਦੀ ਸੀ ਸਾਰਿਆਂ ਨੂੰ ਬੜਾ ਤੰਗ ਪਰੇਸ਼ਾਨ ਕਰਦਾ ਸੀ, ਸਾਰਿਆਂ ਦੇ ਹਿਰਦੇ ਸਾੜਦਾ ਰਹਿੰਦਾ ਸੀ। ਸਿੱਖਾਂ ਨੇ ਕਿਹਾ ਮਹਾਰਾਜ ਕਿ ਫਲਾਣਾ ਸਿੱਖ ਹੈ, ਉਹ ਇਸ ਤਰ੍ਹਾਂ ਸਿੱਖਾਂ ਨੂੰ ਬੜਾ ਤੰਗ ਕਰਦਾ ਹੈ। ਮਹਾਰਾਜ ਨੇ ਆਖਿਆ ਉਸ ਨੂੰ ਆਖੋ ਜਾ ਕੇ ਕਿ ਸਿੱਖਾਂ ਦੇ ਹਿਰਦੇ ਸਾੜਦਾ ਹੈ, ਆਈ ਸੰਗਤ ਦੇ ਹਿਰਦੇ ਸਾੜਦਾ, ਚੰਗਾ ਹੋਵੇ ਸੜ ਮਰ ਜਾਏ ਤੂੰ। ਗੁੱਸੇ ਵਿੱਚ ਆ ਕੇ ਬੜਾ ਆਪਣੇ ਆਪ ਨੂੰ ਬਹਾਦਰ ਸਮਝ ਕੇ ਗੁਰੂ ਨੇ ਆਖਿਆ ਵੀ ਸੜ ਬਲ ਜਾ, ਲੋਕਾਂ ਨੂੰ ਸਾੜਦਾ ਹੈ, ਤੇ ਜਾ ਕੇ ਅਨੰਦਪੁਰ ਸਾਹਿਬ ਤੋਂ ਕੁਝ ਦੂਰ ਚਿਖਾ ਤਿਆਰ ਕਰ ਲਈ ਵੀ ਹੁਣ ਮੈਂ ਸੜ ਜਾਣਾ। ਗੁਰੂ ਸਾਹਿਬ ਜੀ ਤਾਂ ਮੈਨੂੰ ਜਿਉਂਦਾ ਨਹੀਂ ਦੇਖਣਾ ਚਾਹੁੰਦੇ। ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਸੜ ਬਲ ਜਾ। ਗੁਰੂ ਸਾਹਿਬ ਤਾਂ ਕੇਵਲ ਦੇਖ ਰਹੇ ਸਨ, ਸਿੱਖਾਂ ਨੂੰ ਦਿਖਾਉਣਾ ਚਾਹੁੰਦੇ ਸੀ ਇਸ ਦੀ ਬਿਰਤੀ ਕੀ ਹੈ। ਹੁਣ ਕੀ ਹੋਇਆ, ਉਸਨੇ ਜੋ ਆਓ ਤਾਓ ਦੇ ਵਿੱਚ ਆ ਕੇ ਅਨੰਦਪੁਰ ਸਾਹਿਬ ਤੋਂ ਚਲਾ ਗਿਆ, ਚਿਖਾ ਤਿਆਰ ਕਰ ਲਈ, ਤੇ ਮਨ ਵਿੱਚ ਇੱਕ ਖਿਆਲ ਆ ਰਿਹਾ ਸੀ ਕਿਉਂਕਿ ਹੰਕਾਰੀ ਸੀ ਬੜਾ, ਵੀ ਗੁਰੂ ਸਾਹਿਬ ਕੋਈ ਸਿੱਖ ਭੇਜਣਗੇ ਵੀ ਬਚਾ ਕੇ ਲੈ ਕੇ ਆਓ। ਮੈਂ ਇੱਕ ਬੇਨਤੀ ਕਰਾਂ, ਗੁਰੂ ਵੀ ਉਹਨਾਂ ਨੂੰ ਬਚਾਉਂਦਾ ਜਿਨ੍ਹਾਂ ਦਾ ਹਿਰਦਾ ਪਵਿੱਤਰ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਜਿਹੜੇ ਨੇਕ ਦਿਲ ਇਨਸਾਨ ਨੇ ਗੁਰੂ ਉਹਨਾਂ ਦੀ ਹੈਲਪ ਕਰਦਾ। ਜਿਨ੍ਹਾਂ ਦੇ ਅੰਦਰ ਨੇਕੀ ਨਹੀਂ ਨਾ, ਗੁਰੂ ਵੀ ਕਹਿੰਦਾ ਕੋਈ ਗੱਲ ਨਹੀਂ ਪਿਆਰਿਆ, ਤੇਰੇ ਨਾਲ ਇੱਦਾਂ ਹੀ ਹੋਣਾ ਚਾਹੀਦਾ। ਹੁਣ ਜੋ ਕੀ ਹੋਇਆ ਕਿ ਇਹ 1 ਘੰਟਾ ਲੰਘ ਗਿਆ, 2 ਘੰਟੇ ਲੰਘ ਗਏ, ਕੋਈ ਉਸ ਪਾਸੇ ਆਇਆ ਹੀ ਨਹੀਂ। ਮਨ ਵਿੱਚ ਸੋਚੀ ਜਾ ਰਿਹਾ ਗੁਰੂ ਸਾਹਿਬ ਜੀ ਮੈਨੂੰ ਮਰਿਆ ਹੋਇਆ ਹੀ ਦੇਖਣਾ ਚਾਹੁੰਦੇ ਨੇ। ਗੁਰੂ ਸਾਹਿਬ ਨੇ ਕਿਸੇ ਨੂੰ ਭੇਜਿਆ ਨਹੀਂ ਬਚਾਉਣ ਵਾਸਤੇ, ਕਿਉਂਕਿ ਜਿੱਥੇ ਹੰਕਾਰ ਹੁੰਦਾ ਨਾ ਉੱਥੇ ਬੰਦੇ ਦੇ ਅੰਦਰ ਲੋਭ ਲਾਲਚ ਵੀ ਹੁੰਦਾ, ਉੱਥੇ ਮੋਹ ਮਮਤਾ ਵੀ ਹੁੰਦੀ ਹੈ, ਸਾਰੀਆਂ ਚੀਜ਼ਾਂ ਹੁੰਦੀਆਂ ਉੱਥੇ। ਅਚਨਚੇਤ ਕੀ ਹੋਇਆ ਕਿ ਇੱਕ ਬੰਦਾ ਬੜਾ ਨੱਠਿਆ ਆ ਰਿਹਾ ਸੀ, ਇਸ ਨੇ ਚਿਖਾ ਬਾਲੀ ਹੋਈ ਸੀ, ਤੇ ਉਸ ਨੂੰ ਦੇਖ ਕੇ ਨਾ ਇਹ ਚਿਖਾ ਵੱਲ ਨੂੰ ਦੌੜ ਕੇ ਪਵੇ, ਫਿਰ ਪਿੱਛੇ ਹਟ ਜਾਏ। ਤੇ ਉਹ ਬੰਦਾ ਇਸ ਦੇ ਕੋਲ ਆਇਆ, ਇਸ ਨੇ ਛਾਲ ਨਹੀਂ ਮਾਰੀ ਚਿਖਾ ਵਿੱਚ। ਪੁੱਛਿਆ ਵੀ ਕੀ ਗੱਲ ਹੈ। ਉਸਨੇ ਸੋਚਿਆ ਵੀ ਕੋਈ ਸਿੱਖ ਮਹਾਰਾਜ ਨੇ ਭੇਜਿਆ। ਪਿਆਰ ਵਾਲੇ ਸੱਚ ਜਾਣਨਾ, ਕਹਿੰਦੇ ਗੱਲ ਕੀ ਹੈ? ਕਹਿੰਦੇ ਇਸ ਤਰ੍ਹਾਂ ਗੱਲ ਹੈ। ਪਹਿਲਾਂ ਤਾਂ ਉਸਨੇ ਬੰਦੇ ਨੇ ਆ ਕੇ ਇਹਨੂੰ ਮਖੌਲ ਕੀਤਾ ਵੀ ਕੀ ਗੱਲ ਤੇਰੀ ਪਤਨੀ ਚੜ੍ਹਾਈ ਕਰ ਗਈ ਹੈ, ਤੂੰ ਸਤੀ ਹੋਣਾ ਚਾਹੁੰਦਾ? ਅੱਜ ਤੱਕ ਤਾਂ ਸੁਣਿਆ ਸੀ ਕਿ ਇਸਤਰੀਆਂ ਸਤੀ ਹੁੰਦੀਆਂ ਨੇ, ਅੱਜ ਪਹਿਲੀ ਵਾਰ ਕਿਸੇ ਬੰਦੇ ਨੂੰ ਵੇਖਿਆ ਵੀ ਉਹ ਸਤੀ ਹੋਣਾ ਚਾਹੁੰਦਾ। ਜੇ ਘਰਵਾਲੀ ਛੱਡ ਗਈ ਤਾਂ ਉਹਦੇ ਨਾਲ ਸਤੀ ਹੋਣਾ ਚਾਹੁੰਦਾ ਵੀ ਕਿ ਤੇਰੀ ਘਰਵਾਲੀ ਚੜ੍ਹਾਈ ਕਰ ਗਈ ਹੈ। ਕਹਿੰਦਾ ਨਹੀਂ, ਫਿਰ ਸਾਰੀ ਗੱਲ ਦੱਸੀ ਵੀ ਇੱਦਾਂ ਦਾ ਗੱਲ ਹੈ, ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਕਹਿ ਦਿੱਤਾ ਤੇ ਮੈਂ ਆ ਗਿਆ ਹਾਂ ਸੜਨ ਵਾਸਤੇ। ਮੈਂ ਸੋਚਿਆ ਤੂੰ ਸਿੱਖ ਹੈ, ਇਸ ਕਰਕੇ ਮੈਂ ਤੈਨੂੰ ਦੇਖ ਕੇ ਬਾਰ-ਬਾਰ ਭੱਜਦਾ ਸੀ ਵੀ ਇਹ ਰੋਕੇਗਾ ਮੈਨੂੰ, ਤੇ ਤੂੰ ਰੋਕਿਆ ਕੋਈ ਨਹੀਂ, ਰੋਕਿਆ ਨਹੀਂ ਤੂੰ ਮੈਨੂੰ। ਆਖਣ ਲੱਗੇ ਇੱਕ ਕੰਮ ਕਰ ਵੀ ਚਿਖਾ ਦੇ ਅੰਦਰ ਜੋ ਗੁਰੂ ਕਾ ਵਚਨ ਹੈ ਉਹ ਮੈਨੂੰ ਦੇ ਦੇ, ਜੋ ਗੁਰੂ ਕਾ ਵਚਨ ਹੈ, ਤੇ ਮੇਰਾ ਮਾਲ ਤੂੰ ਲੈ ਲੈ। ਇਹ ਚੋਰ ਸੀ, ਚੋਰੀ ਕਰਕੇ ਆਏ ਸੀ, ਪਿੱਛੇ ਬੰਦੇ ਪਏ ਹੋਏ ਸਨ। ਇੱਕ ਵਾਰ ਉਚਾਰਨ ਕਰੋ ਸਤਨਾਮ। ਇਸ ਨੇ ਕਿਹਾ ਵੀ ਗੁਰੂ ਕਾ ਬੋਲ, ਗੁਰੂ ਕਾ ਵਚਨ, ਗੁਰੂ ਕਾ ਹੁਕਮ ਮੈਨੂੰ ਦੇ ਦੇ, ਮੇਰਾ ਮਾਲ ਤੂੰ ਲੈ ਲੈ, ਬਦਲਾ ਕਰ ਲੈਂਦੇ। ਕਹਿੰਦਾ ਠੀਕ ਹੈ। ਇਸ ਨੇ ਸੋਨਾ ਦੇਖਿਆ, ਹੋਰ ਸਮੱਗਰੀ ਦੇਖੀ, ਇਸ ਨੇ ਉਸ ਦਾ ਮਾਲ ਜਿਹੜਾ ਸੀ ਲੈ ਲਿਆ, ਔਰ ਇਸ ਨੇ ਗੁਰੂ ਕਾ ਵਚਨ ਚੋਰ ਨੇ ਲਿਆ ਤੇ ਅੱਗ ਵਿੱਚ ਛਾਲ ਮਾਰ ਦਿੱਤੀ, ਤੇ ਅੱਗ ਵਿੱਚ ਛਾਲ ਮਾਰ ਕੇ ਮਰ ਗਿਆ। ਇਹ ਤੇ ਹੋ ਗਿਆ ਮੁਕਤ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਗੁਰੂ ਸਾਹਿਬ ਜੀ ਦਾ ਜੋ ਹੁਕਮ ਸੀ,
ਜਿਹੜਾ ਉਹ ਬੰਦਾ ਸੀ ਜਿਸ ਨੂੰ ਛਾਲ ਮਾਰਨ ਨੂੰ ਕਿਹਾ ਸੀ, ਉਹਦੇ ਕੋਲ ਸਮਾਨ ਸੀ, ਲੋਕ ਪਿੱਛੇ ਪਏ ਹੋਏ ਸਨ। ਆ ਕੇ ਉਹਨੂੰ ਫੜ ਲਿਆ, ਦੇਖਿਆ ਵੀ ਸਾਡੀ ਚੋਰੀ ਦਾ ਸਮਾਨ ਉਸਦੇ ਕੋਲ, ਉਸਨੇ ਚੋਰੀ ਕੀਤੀ ਹੈ। ਕੁੱਟ ਕੁੱਟ ਕੇ ਮਾਰ ਕੇ ਉਸੇ 'ਚ ਖਾ ਛੱਡ ਦਿੱਤਾ। ਗੁਰੂ ਤੋਂ ਬੇਮੁਖ ਹੋ ਕੇ ਮਰਿਆ, ਮਰਿਆ ਤਾਂ ਸੀ ਪਰ ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਇਹ ਸਾਰੀ ਘਟਨਾ ਦਾ ਜ਼ਿਕਰ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਬਾਅਦ 'ਚ ਕੀਤਾ ਵੀ ਮਹਾਰਾਜ ਇੱਦਾਂ ਦਾ ਹੋਇਆ। ਮਹਾਰਾਜ ਕਹਿਣ ਲੱਗੇ, ਸਿੱਖੋ ਮੌਤ ਤਾਂ ਉਸਦੀ ਆਈ ਸੀ ਪਰ ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਮਰਨਾ ਉਸ ਚਿਖਾ ਵਿੱਚ ਹੀ ਸੀ, ਉਸਨੇ ਮਰਨਾ ਉਸ ਚਿਖਾ ਵਿੱਚ ਹੀ ਸੀ ਪਰ ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਅਤੇ ਜਿਹੜਾ ਚੋਰ ਸੀ ਉਹ ਗੁਰੂ ਕੇ ਬਚਨ ਲੈ ਕੇ ਮਰਿਆ, ਉਸਦੀ ਮੁਕਤੀ ਹੋ ਗਈ ਕਿਉਂਕਿ ਉਸਨੇ ਗੁਰੂ ਸਾਹਿਬ ਦਾ ਬਚਨ ਮੰਨ ਲਿਆ ਵੀ ਗੁਰੂ ਸਾਹਿਬ ਦਾ ਬਚਨ ਮੈਨੂੰ ਦੇ ਦੇ ਅਤੇ ਮੇਰਾ ਮਾਲ ਬਦਲੇ ਵਿੱਚ ਤੂੰ ਲੈ ਲੈ। ਇਸ ਕਰਕੇ ਕਈ ਵਾਰੀ ਜੀਵਨ ਦੇ ਅੰਦਰ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਡੇ ਵੀ ਦਿਲ ਦੁਖਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਦੋਂ ਕਰਮ ਕਰੇ ਨਾ ਤੇ ਐਸੇ ਕਰਮ ਕਰ ਜਿਸ ਕਰਮਾਂ ਦੇ ਨਾਲ ਕਿਸੇ ਦਾ ਦਿਲ ਨਾ ਦੁਖੇ, ਕਿਸੇ ਦਾ ਮਾੜਾ ਨਾ ਹੋਵੇ, ਕਿਸੇ ਦਾ ਬੁਰਾ ਨਾ ਹੋਵੇ। ਐਸੇ ਕਰਮ ਜੀਵਨ 'ਚ ਕਰਨੇ ਹਨ ਤਾਂ ਕਿ ਤੇਰੇ ਜੀਵਨ ਦਾ ਲੇਖਾ ਜੋਖਾ ਮੁੱਕ ਜਾਏ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਕਿ ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪ ਨਾ ਸਾਕਾਲ, ਬੁਰੀ ਕਿਉਂ ਕਾਲੀਐ ਮਨ ਦਾ ਮੂਲ ਨਾ ਕੀਚੀ, ਦੇ ਲੰਬੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ। ਮਨ ਦਾ ਮੂਲ ਨਾ ਕੀਚੇ, ਦੇ ਲੰਬੀ ਨਦਰ ਨਿਹਾਲੀਐ। ਜਦੋਂ ਕੋਈ ਮੰਦਾ ਕੰਮ ਕਰਨ ਲੱਗੋ ਨਾ, ਸਤਿਗੁਰ ਕਹਿੰਦੇ ਨੇ ਲੰਬੀ ਸੋਚ ਰੱਖ ਕੇ ਕਰੀ ਵੀ ਜਿਹੜਾ ਅੱਜ ਮਾੜਾ ਕੰਮ ਕਰ ਰਹੇ ਹੈ, ਬੁਰਾ ਕੰਮ ਕਰ ਰਹੇ ਹੈ, ਕੱਲ੍ਹ ਇਸ ਦਾ ਰਿਜ਼ਲਟ ਕੀ ਹੋਏਗਾ, ਫਲ ਕੀ ਮਿਲੇਗਾ। ਅਤੇ ਜਦੋਂ ਕੋਈ ਵੀ ਅਸੀਂ ਮਾੜਾ ਕੰਮ ਕਰਾਂਗੇ ਨਾ, ਕੱਲ੍ਹ ਦੀ ਸੋਚ ਕੇ ਚੱਲਾਂਗੇ ਵੀ ਕੱਲ੍ਹ ਇਸ ਦਾ ਫਲ ਕੀ ਮਿਲੇਗਾ, ਅਤੇ ਸੱਚ ਜਾਣਨਾ ਮਾੜਾ ਕੰਮ ਕਰਨ ਨੂੰ ਚਿੱਤ ਨਹੀਂ ਕਰੇਗਾ ਜਦੋਂ ਫਲ ਦੀ ਸੋਝੀ ਆਏਗੀ ਵੀ ਫਲ ਤਾਂ ਇਹ ਮਿਲਣਾ ਮਾੜੇ ਕਰਮ ਦਾ। ਦੇਖੋ ਨਾ, ਕੋਈ ਵੀ ਬੀਜ ਅਸੀਂ ਬੀਜ ਰਹੇ ਹਾਂ, ਹਰ ਇੱਕ ਨੇ ਫਲ ਦੇਣਾ ਹੁੰਦਾ ਹੈ। ਜੇ ਚੰਗੇ ਕਰਮ ਬੀਜ ਰਹੇ ਹਾਂ ਤਾਂ ਉਸ ਦਾ ਫਲ, ਪੁੰਨ ਦਾ ਫਲ ਜਿਹੜਾ ਸੁੱਖ ਹੁੰਦਾ ਹੈ। ਜੇ ਮਾੜੇ ਕਰਮ ਹਿਰਦੇ ਵਿੱਚ ਬੀਜ ਰਹੇ ਹਾਂ ਤਾਂ ਉਹਨਾਂ ਦਾ ਫਲ ਦੁੱਖ ਹੁੰਦਾ ਹੈ, ਜੇ ਪਾਪ ਬੀਜ ਰਹੇ ਹਾਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਪਣੇ ਜੀਵਨ ਨੂੰ ਕਰਮਾਂ ਦੇ ਅਨੁਸਾਰ ਬਾਝ ਕੇ ਵੇਖ। ਜਿਹੜੇ ਕਰਮ ਕਰ ਰਹੇ ਹਾਂ, ਕਰਮਾਂ ਕਰਕੇ ਪਰਮਾਤਮਾ ਦੀ ਨੇੜਤਾ ਮਿਲਣੀ ਹੈ, ਕਰਮਾਂ ਕਰਕੇ ਹੀ ਤੂੰ ਪਰਮਾਤਮਾ ਤੋਂ ਦੂਰ ਹੋ ਜਾਏਗਾ। ਅਸੀਂ ਰੋਜ਼ ਸਲੋਕ 'ਚ ਬਚਨ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਨੀ, ਕੇ ਨੇੜੇ ਕੇ ਦੂਰ। ਆਪਣੇ ਆਪਣੇ ਕਰਮ ਨੇ ਸਾਰੇ। ਔਰ ਖਾਸ ਕਰਕੇ ਸਾਡੇ ਹਰ ਇੱਕ ਦੇ ਜਿਹੜੇ ਕਰਮ ਨੇ, ਕਰਮ ਕਰਕੇ ਅਸੀਂ ਕਿਸੇ ਦੇ ਨੇੜੇ ਹੋ ਸਕਦੇ ਹਾਂ, ਕਰਮ ਕਰਕੇ ਦੂਰ ਹੋ ਸਕਦੇ ਹਾਂ। ਕਰਮਾਂ ਦੀ ਗੱਲ ਮੈਂ ਦੱਸ ਹੀ ਦਿੱਤੀ ਹੈ। ਕਰਮ ਤੁਹਾਡੀ ਰਸਨਾ ਨਾਲ ਵੀ ਹੋ ਸਕਦੇ ਨੇ, ਕਰਮ ਤੁਹਾਡੇ ਕੰਨਾਂ ਨਾਲ ਸੁਣ ਕੇ ਵੀ ਹੋ ਸਕਦੇ, ਅੱਖਾਂ ਨਾਲ ਦੇਖ ਕੇ ਵੀ ਹੋ ਸਕਦੇ ਨੇ, ਤੁਹਾਡੇ ਸਰੀਰ ਦੀ ਐਕਟੀਵਿਟੀ ਨਾਲ ਵੀ ਹੋ ਸਕਦੇ ਨੇ। ਤੁਹਾਡੇ ਹਰ ਇੱਕ ਕਰਮ ਵਾਚੇ ਜਾ ਰਹੇ ਨੇ। ਇਹ ਨਾ ਸੋਚਿਆ ਕਰੋ ਵੀ ਹੁਣ ਇੱਥੇ ਕੌਣ ਦੇਖਦਾ ਹੈ, ਕਰਮ ਕਰ ਲਈਏ ਜੋ ਕਰਨਾ, ਮਾੜੇ ਤੋਂ ਮਾੜਾ ਕਰਮ ਕਰ ਲਈਏ। ਗੁਰਬਾਣੀ ਕਹਿੰਦੀ ਹੈ ਕਿ ਰੱਬ ਤਾਂ ਦੇਖ ਰਿਹਾ ਹੈ। ਹਟ ਪੱਟਨ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਆਪਾਂ ਲੋਕਾਂ ਤੋਂ ਛਪਾ ਲਾਂਗੇ ਨਾ, ਵੀ ਅੱਗੇ ਵੀ ਕਿਸੇ ਨੇ ਨਹੀਂ ਵੇਖਿਆ, ਪਿੱਛੇ ਵੀ ਕਿਸੇ ਨੇ ਨਹੀਂ ਵੇਖਿਆ, ਪਰ ਕੀ ਰੱਬ ਤੋਂ ਛਿਪਾ ਲਵਾਂਗੇ? ਕੀ ਆਪਣੀ ਆਤਮਾ ਤੋਂ ਉਹ ਪਾਪ, ਉਹ ਗੁਨਾਹ ਛਿਪਾ ਲਵਾਂਗੇ? ਆਤਮਾ ਤਾਂ ਦੇਖ ਰਹੀ ਹੈ ਨਾ ਸਾਡੀ, ਅਤੇ ਆਤਮਾ ਕਿਸ ਦੀ ਅੰਤ ਹੈ? ਪਰਮਾਤਮਾ ਦੀ। ਪਰਮਾਤਮਾ ਦੀ ਅੰਸ਼ਤਾ ਦੇਖ ਰਹੀ ਨਾ ਸਾਡੇ ਅੰਦਰ। ਇਸ ਕਰਕੇ ਗੁਰੂ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਕਿ ਜੇ ਜੀਵ ਆਤਮਾ ਨੂੰ ਰੱਬ ਨਾਲ ਇੱਕਮਿਕ ਕਰਨਾ ਹੈ ਤਾਂ ਇੱਕ ਕੰਮ ਕਰਨਾ ਪਏਗਾ, ਮਗਰ ਮਹਾ ਭਲਾ ਹਰ ਗੁਣ ਅੰਕ ਸਮਾਵੇ। ਕਹਿੰਦੇ ਪ੍ਰਭੂ ਦੀ ਸਿਫਤ ਸਲਾਹ ਕਰ। ਸਿਫਤ ਸਲਾਹ ਦੀ ਬਰਕਤ ਦੇ ਨਾਲ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਆ ਵਸਦਾ ਹੈ। ਪਰਮਾਤਮਾ ਦੇ ਗੁਣ ਅੰਕ ਦਾ ਅਰਥ ਹੁੰਦਾ ਗੋਦ, ਗੋਦ ਦਾ ਅਰਥ ਕਰਾਂਗੇ ਹਿਰਦਾ, ਭਾਵ ਕਿ ਜਿਸ ਹਿਰਦੇ ਵਿੱਚ ਰੱਬੀ ਗੁਣ ਆ ਕੇ ਸਮਾ ਗਏ ਨੇ। ਗੱਲ ਚੰਗੀ ਤਰ੍ਹਾਂ ਸਮਝ ਲਿਓ, ਪਰਮਾਤਮਾ ਦਾ ਹਿਰਦੇ ਵਿੱਚ ਪ੍ਰਗਟ ਹੋਣਾ ਰੱਬੀ ਗੁਣਾਂ ਦਾ ਪ੍ਰਗਟ ਹੋਣਾ। ਅਸੀਂ ਸੋਚਦੇ ਹਾਂ ਵੀ ਕੋਈ ਸਰੀਰ ਆਏਗਾ, ਕੋਈ ਸਾਨੂੰ ਆ ਕੇ ਦਰਸ਼ਨ ਦੇਵੇਗਾ। ਗੁਰਬਾਣੀ ਕਹਿੰਦੀ ਨਹੀਂ, ਤੇਰੇ ਅੰਦਰ ਰੱਬ ਦੇ ਗੁਣ ਪ੍ਰਗਟ ਹੋਣਗੇ।
परमात्मा निरभो है, तू अंदरों निरभो हो जाएगा। परमात्मा निर्वैर है, तू अंदरों निर्वैर हो जाएगा। समझ ले रब तेरे हिरदे विच आके वस गया है। उसनों ही गुरु साहब ने आख्या, विसर गई सब तात पराई, जब ते साध संगत मोहि पाई, ना को वैरी नहीं बिगाना सगल संग हमको बनियाई। ਜਦੋਂ ਇਹ ਗੁਣ ਹਿਰਦੇ ਵਿੱਚ ਆ ਕੇ ਵਸ ਗਏ, ਸਮਝ ਲਓ ਰੱਬ ਹਿਰਦੇ ਵਿੱਚ ਪ੍ਰਗਟ ਹੋ ਗਿਆ। ਤੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜੀਵ ਆਤਮੇ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵਸ ਗਏ, ਪ੍ਰਭੂ ਹਿਰਦੇ ਵਿੱਚ ਆ ਕੇ ਵਸ ਗਿਆ, ਕਹਿੰਦੇ ਮੱਗਰ ਦਾ ਮਹੀਨਾ ਉਸ ਨੂੰ ਚੰਗਾ ਲੱਗਦਾ ਹੈ। ਮੱਗਰ ਮਹਾਂ ਭਲਾ ਹਰ ਗੁਣ ਅੰਕ ਸਮਾਵੇ। ਜਦੋਂ ਪਰਮਾਤਮਾ ਦੇ ਗੁਣ ਹਿਰਦੇ ਵਿੱਚ ਆ ਕੇ ਸਮਾ ਗਏ। ਸਿੱਖ ਨੇ ਗੁਣਾਂ ਦੀ ਸਾਂਝ ਕਰਨੀ ਹੈ। ਸਿੱਖ ਨੇ ਮੰਗਣਾ ਵੀ ਇਹ ਹੈ ਕਿ ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਨ ਭਗ ਸਾਧਾਂ। ਕਿਉਂਕਿ ਸਿੱਖ ਜਦੋਂ ਗੁਰੂ ਚਰਨਾਂ 'ਚ ਆਉਂਦੇ ਸਮਝ ਲੱਗ ਜਾਂਦੀ ਹੈ, ਸੱਚੇ ਪਾਤਸ਼ਾਹ ਸਭ ਕੁਝ ਕਰਕੇ ਵੇਖ ਲਿਆ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁਧ ਬਾਧੇ। ਇਹ ਮੇਰੇ ਸਤਿਗੁਰ ਕਹਿੰਦੇ ਨੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਤੇ ਜਦੋਂ ਆਪਾਂ ਗੁਰੂ ਦੇ ਦਰ 'ਤੇ ਆਉਂਦੇ ਆ ਨਾ, ਸਿੱਖ ਕਹਿੰਦਾ ਮਹਾਰਾਜ ਬਹੁਤ ਸਾਰੇ ਕਰਮ ਕਰਕੇ ਵੇਖ ਲਏ, ਤੀਰਥ ਯਾਤਰਾਵਾਂ ਕਰਕੇ ਵੇਖ ਲਈਆਂ, ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵੇਖ ਲਏ, ਬੜਾ ਕੁਛ ਕਰਮ ਕਾਂਡ ਕਰਕੇ ਵੇਖ ਲਿਆ, ਪਰ ਸੱਚੇ ਪਾਤਸ਼ਾਹ ਅਜੇ ਤੱਕ ਦਰਸ਼ਨ ਦੀਦਾਰ ਕੋਈ ਨਹੀਂ ਹੋਏ, ਮਿਲਾਪ ਨਹੀਂ ਹੋਇਆ। ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਤੇ ਮਹਾਰਾਜ ਕਹਿੰਦੇ ਇੱਕ ਕੰਮ ਕਰਨਾ ਬਣਦਾ ਹੈ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਹਾਰ ਕੇ ਸਿੱਖ ਗੁਰੂ ਦੇ ਦੁਆਰ 'ਤੇ ਆ ਕੇ ਆਖੇ, ਸੱਚੇ ਪਾਤਸ਼ਾਹ ਮੈਨੂੰ ਵਿਵੇਕ ਮਤ ਦਿਓ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਜੇ ਕੁਝ ਮੰਗਣ ਆਉਂਦੇ ਇੱਕੋ ਚੀਜ਼ ਮੰਗਿਆ ਕਰੋ, ਬਸ ਵਿਵੇਕ ਮਤ। ਵਿਵੇਕ ਮਤ ਹੁੰਦੀ ਹੈ ਜਿਹੜੇ ਚੰਗੇ ਅਤੇ ਮਾੜੇ ਦੀ ਸੋਝੀ ਦਿੰਦੀ, ਉਹਨੂੰ ਕਹਿੰਦੇ ਵਿਵੇਕ ਮਤ। ਚੰਗਾ ਕੰਮ ਕੀ ਹੈ ਅਤੇ ਮਾੜਾ ਕੰਮ ਕੀ ਹੈ। ਗੁਰੂ ਦਰ 'ਤੇ ਜਦੋਂ ਵੀ ਆਓ ਅਰਦਾਸ ਕਰੋ, ਵਿਵੇਕ ਮਤ ਮੰਗਿਆ ਕਰੋ, ਕਿਉਂਕਿ ਤੁਹਾਡੇ ਕੋਲ ਵਿਵੇਕ ਮਤ ਹੋਏਗੀ, ਉਹ ਗੁਣ ਤੁਹਾਡੇ ਜੀਵਨ 'ਚ ਇਕੱਠੇ ਹੋਣਗੇ ਹੀ ਨਹੀਂ। ਕਿਉਂਕਿ ਸਾਨੂੰ ਸਮਝ ਆ ਜਾਏਗੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਿਹੜਾ ਵਿਧਾਨ ਦੱਸਿਆ ਹੈ। ਇਸ ਕਰਕੇ ਜਦੋਂ ਵੀ ਇੱਥੇ ਆਓ, ਮਹਾਰਾਜ ਨੂੰ ਆਖੋ, ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮਤ ਦਿਓ, ਕਿਉਂਕਿ ਤੂੰ ਸਮਰਥ ਵੱਡਾ, ਮੇਰੀ ਮਤ ਥੋੜੀ ਰਾਮ, ਪਾਲੈ ਅਕ੍ਰਿਤ ਕਰਨਾ ਪੂਰਨ ਦ੍ਰਿਸ਼ਟ ਤੇਰੀ ਰਾਮ। ਮੇਰੀ ਮਤ ਘੱਟ ਹੈ, ਤੂੰ ਸਮਰਥ ਵੱਡਾ ਹੈ ਅਤੇ ਤੂੰ ਸਾਰੀ ਮਤਾਂ ਦਾ ਮਾਲਕ ਤੂੰ ਹੀ ਹੈ, ਮੇਰੇ ਕੋਲ ਮਤ ਨਹੀਂ। ਅਤੇ ਮਹਾਰਾਜ ਕਹਿੰਦੇ ਜਿਸ ਨੇ ਰੱਬੀ ਗੁਣਾਂ ਨੂੰ ਜੀਵਨ 'ਚ ਵਸਾ ਲਿਆ, ਕਹਿੰਦੇ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆ ਵਸਦਾ ਹੈ, ਅਤੇ ਮੱਗਰ ਦਾ ਮਹੀਨਾ ਉਸ ਦੇ ਵਾਸਤੇ ਫਿਰ ਉਹਨੂੰ ਚੰਗਾ ਲੱਗਦਾ ਹੈ। ਵੈਸੇ ਤਾਂ ਹਰ ਘੜੀ, ਹਰ ਦਿਨ, ਹਰ ਪਹਿਰ, ਹਰ ਸਮਾਂ ਸਿੱਖ ਲਈ ਉਦੋਂ ਸਫਲਾ ਹੈ ਜਦੋਂ ਰੱਬੀ ਯਾਦ ਵਿੱਚ ਰਹਿੰਦੇ ਹਾਂ, ਜਦੋਂ ਸ਼ੁਭ ਗੁਣਾਂ ਦੇ ਅਸੀਂ ਵਪਾਰੀ ਹੁੰਦੇ ਹਾਂ। ਇੱਥੇ ਤਾਂ ਮਹਾਂ ਦਿਵਸ ਮੂਹਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਸਾਰੇ ਚੰਗੇ ਨੇ। ਫਿਰ ਮਹਾਰਾਜ ਅੱਗੇ ਕਹਿਣ ਲੱਗੇ, ਗੁਣਵੰਤੀ ਗੁਣ ਰਵੈ, ਮੈਂ ਫਿਰ ਨਿਹਚਲ ਭਾਵੇ। ਯਾਦ ਰੱਖਣਾ, ਜਦੋਂ ਜੀਵਨ ਸਮਝ ਆ ਗਿਆ, ਗੁਣਵੰਤੀ ਗੁਣ ਰਵੈ, ਜਿਹੜੀ ਜੀਵ ਇਸਤਰੀ ਹੈ ਨਾ, ਗੁਣਵੰਤੀ ਹੈ। ਗੁਣਵੰਤੀ ਦਾ ਅਰਥ ਹੁੰਦਾ ਹੈ ਜਿਸ ਨੇ ਕਿ ਆਪਣੇ ਜੀਵਨ 'ਚ ਗੁਣ ਇਕੱਠੇ ਕਰ ਲਏ ਹਨ। ਆਖਣ ਲੱਗੇ ਉਹ ਗੁਣਵੰਤੀ ਕੀ ਕਰਦੀ ਹੈ? ਗੁਣ ਰਵੈ, ਪਰਮਾਤਮਾ ਦੇ ਗੁਣਾਂ ਨੂੰ, ਰਵੈ ਦਾ ਅਰਥ ਹੈ ਮਾਣਦੀ ਹੈ। ਮੈਂ ਫਿਰ ਨਿਹਚਲ ਭਾਵੇ, ਅਤੇ ਉਸ ਨੂੰ ਨਿਹਚਲ ਪਰਮਾਤਮਾ, ਸਦਾ ਸਿਰ ਪ੍ਰਭੂ ਪਰਮਾਤਮਾ ਜਿਹੜਾ ਹੈ, ਉਸ ਗੁਣਾਂ ਵਾਲੀ ਜੀਵ ਇਸਤਰੀ ਨੂੰ ਪਿਆਰਾ ਲੱਗਦਾ ਹੈ, ਉਹਨੂੰ ਭਾਣ ਲੱਗ ਪੈਂਦਾ ਹੈ, ਰੱਬ ਜੀ ਚੰਗੇ ਲੱਗਣ ਲੱਗ ਪੈਂਦੇ ਹਨ। ਜਿਵੇਂ ਜਿਵੇਂ ਆਪਾਂ ਦੇਖੋ ਸੰਗਤ ਕਰਦੇ ਹਾਂ, ਗੁਰੂ ਕੋਲ ਬਹਿੰਦੇ ਹਾਂ ਨਾ, ਤਾਂ ਸਾਨੂੰ ਚੰਗੀ ਗੱਲਾਂ ਚੰਗੀਆਂ ਲੱਗਣ ਲੱਗ ਪੈਂਦੀਆਂ। ਨਹੀਂ ਤਾਂ ਕਈ ਵਾਰੀ ਜਿਹੜਾ ਬੰਦਾ ਸੰਗਤ ਨਹੀਂ ਕਰਦਾ ਨਾ, ਪਹਿਲੀ ਵਾਰ ਆਏ ਅਤੇ ਬੜਾ ਘੱਟ ਹੁੰਦਾ ਹੈ, ਅਤੇ ਕਿਸਮਤ ਜਾਗ ਪਏ, ਕਿਸੇ ਦੇ ਭਾਗ ਜਾਗ ਪੈਣ ਕਿ ਗੁਰੂ ਕੀ ਗੱਲ ਉਹਨੂੰ ਚੰਗੀ ਲੱਗਣ ਲੱਗ ਪਏ। ਨਹੀਂ ਤਾਂ ਬੰਦਾ ਕਹਿੰਦਾ ਜੀ ਇਹ ਗੱਲ ਮੇਰੇ ਮਤਲਬ ਦੀ ਨਹੀਂ, ਛੱਡੋ। ਨਿੰਦਾ ਚੁਗਲੀ ਦੀ ਗੱਲ ਹੋਵੇ, ਵਿਕਾਰਾਂ ਦੀ ਗੱਲ ਹੋਵੇ, ਬੁਰਾਈਆਂ ਦੀ ਗੱਲ ਹੋਵੇ, ਬੰਦਾ ਬੜੇ ਚਾਅ ਨਾਲ ਸੁਣਦਾ ਹੈ। ਪਰ ਜੀਵਨ ਸੁਧਾਰਨ ਦੀ ਗੱਲ ਹੋਵੇ ਤਾਂ ਕੋਈ ਵਿਰਲਾ ਸੁਣਦਾ ਹੈ। ਵੀ ਜੀਵਨ ਨੂੰ ਸਵਾਰਨਾ ਅਤੇ ਸ਼ਿੰਗਾਰਨਾ ਹੈ, ਜੀਵਨ ਨੂੰ ਅੰਦਰੋਂ ਸੋਹਣਾ ਬਣਾਉਣਾ ਹੈ,
ਮਹਾਰਾਜ ਕਹਿੰਦੇ ਉਹ ਜੀਵ ਆਤਮਾ ਕੀ ਕਰਦੀ ਹੈ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ ਅਤੇ ਉਹ ਪਰਮਾਤਮਾ ਉਹਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਪਾਵੇ। ਨਿਹਚਲ ਪਰਮਾਤਮਾ ਸਦਾ ਥਿਰ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਜਦੋਂ ਉਹ ਪਰਮਾਤਮਾ ਦੇ ਗੁਣਾਂ ਨੂੰ ਗੁਣਵੰਤੀ ਬਣ ਕੇ ਮਾਣਦੀ ਹੈ। ਫਿਰ ਮਹਾਰਾਜ ਕਹਿੰਦੇ ਨੇ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ। ਇਹ ਜਿਹੜਾ ਸੰਸਾਰ ਹੈ ਨਾ, ਮਹਾਰਾਜ ਕਹਿੰਦੇ ਨੇ ਹੋਰ ਸਾਰਾ ਜਗਤ ਤਾਂ ਨਾਸਵੰਤ ਹੈ। ਚੰਚਲ ਦਾ ਅਰਥ ਹੈ ਚਲ ਚਲ, ਆਓ ਨਾਸਵੰਤ। ਚੰਚਲ ਜਗਤ ਸਵਾਇਆ, ਸਵਾਇਆ ਦਾ ਅਰਥ ਹੁੰਦਾ ਸਾਰਾ, ਜਗਤ ਦਾ ਅਰਥ ਹੈ ਸੰਸਾਰ, ਚੰਚਲ ਦਾ ਅਰਥ ਹੈ ਨਾਸਵੰਤ। ਉਸ ਜੀਵ ਇਸਤਰੀ ਨੂੰ ਸੋਝੀ ਆ ਜਾਂਦੀ ਹੈ ਜਦੋਂ ਉਹ ਪਰਮਾਤਮਾ ਨਾਲ ਜੁੜਦੀ ਹੈ ਕਿ ਇਹ ਸਾਰਾ ਜਗਤ ਜਿਹੜਾ ਉਹ ਨਾਸਵੰਤ ਹੈ। ਇੱਥੇ ਹਰ ਇੱਕ ਚੀਜ਼ ਨਾਸ ਹੋਣ ਵਾਲੀ ਹੈ। ਦਿਨ ਰਵ ਚਲੈ ਨਿਸ ਸਸ ਚਲੈ ਤਾਰਕਾ ਲਖ ਪਲੋਏ, ਸਭ ਕੁਝ ਹੀ ਚਲਾਇਮਾਨ ਹੈ ਇੱਥੇ ਤਾਂ। ਫਿਰ ਗੱਲ ਬਚਨ ਸੁਣਿਓ ਮਹਾਰਾਜ ਦੇ। ਮਹਾਰਾਜ ਕਹਿੰਦੇ ਨੇ ਦਿਨ ਰਵ ਚਲੈ, ਰਵ ਕਹਿੰਦੇ ਨੇ ਸੂਰਜ ਨੂੰ, ਦਿਨ ਦੇ ਵਿੱਚ ਸੂਰਜ ਚੱਲਦਾ ਹੈ। ਨਿਸ ਸਸ ਚਲੈ, ਸਚ ਕਹਿੰਦੇ ਨੇ ਚੰਦਰਮਾ ਨੂੰ, ਚੰਦਰਮਾ ਚੱਲਦਾ ਹੈ। ਤਾਰਕਾ ਲਖ ਪਲੋਏ, ਲੱਖਾਂ ਤਾਰੇ ਰਾਤ ਨੂੰ ਚੱਲਦੇ ਨੇ। ਮੁਕਾਮ ਉਹੀ ਏਕ ਨਾਨਕਾ ਸੱਚ ਬੁਗਾਏ, ਇੱਕ ਰੱਬ ਦਾ ਘਰ ਜਿਹੜਾ ਸਦਾ ਥਿਰ ਹੈ, ਬਾਕੀ ਸਭ ਕੁਝ ਚਲਾਏਮਾਨ ਹੈ, ਕਿਸੇ ਨੇ ਥਿਰ ਨਹੀਂ ਰਹਿਣਾ। ਮਹਾਰਾਜ ਕਹਿੰਦੇ ਇਹ ਜਿਹੜਾ ਜਗਤ ਹੈ ਉਹਨੂੰ ਸਮਝ ਆ ਜਾਂਦੀ ਹੈ, ਜਿਹੜਾ ਰੱਬ ਦੇ ਗੁਣ ਗਾਉਂਦਾ ਹੈ, ਗੁਰੂ ਕੀ ਸਿੱਖਿਆ ਨੂੰ ਰੋਜ਼ ਸੁਣਦਾ ਹੈ, ਉਹਨੂੰ ਸਮਝ ਆ ਜਾਂਦੀ ਕਿ ਜਿਸ ਸੰਸਾਰ ਵਿੱਚ ਮੈਂ ਮਗਨ ਹੋਇਆ ਇਹ ਤਾਂ ਨਾਸਵੰਤ ਹੈ। ਅਤੇ ਅਗਲੀ ਗੱਲ ਕੀ ਸਮਝ ਆ ਜਾਂਦੀ ਉਹਨੂੰ, ਮਹਾਰਾਜ ਆਖਣ ਲੱਗੇ ਨਿਹਚਲ ਚਤੁਰ ਸੁਜਾਨ ਵਿਦਾਤਾ, ਇੱਕ ਸਿਰਜਣਹਾਰ ਹੀ ਚਤੁਰ ਅਤੇ ਸਿਆਣਾ ਹੈ। ਅਤੇ ਵਿਦਾਤਾ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ। ਉਹਨੂੰ ਸਮਝ ਆ ਜਾਂਦੀ ਵੀ ਇੱਕ ਰੱਬ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਿਆਣਾ ਹੈ, ਉਹੀ ਚਤੁਰ ਹੈ, ਬਾਕੀ ਦਾ ਸਭ ਕੁਝ ਨਾਸਵੰਤ ਹੈ। ਇਸ ਨੂੰ ਮਹਾਰਾਜ ਨੇ ਇੱਦਾਂ ਵੀ ਆਖਿਆ ਕਿ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁਤ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ। ਇੱਕ ਪਰਮਾਤਮਾ ਹੀ ਹੈ ਜਿਹੜਾ ਕਿ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ, ਉਹ ਬੜਾ ਸਿਆਣਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਇਹ ਗੱਲ ਉਹਨੂੰ ਸਮਝ ਆ ਜਾਂਦੀ ਹੈ। ਫਿਰ ਆਖਣ ਲੱਗੇ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾ ਪਾਇਆ। ਆਖਣ ਲੱਗੇ ਉਸਦੇ ਗੁਣ ਚੇਤੇ ਜੀਵ ਆਤਮਾ ਕਰਦੀ ਹੈ। ਗਿਆਨ ਦਾ ਅਰਥ ਹੁੰਦਾ ਹੈ ਪਰਮਾਤਮਾ ਨੂੰ ਚੇਤੇ ਕਰਨਾ, ਪ੍ਰਭੂ ਨਾਲ ਜਾਣ ਪਛਾਣ ਬਣਾਉਣੀ, ਉਹਦਾ ਗਿਆਨ ਹੋਣਾ। ਧਿਆਨ ਦਾ ਅਰਥ ਹੁੰਦਾ ਹੈ ਸੁਰਤੀ ਦਾ ਟਿਕਾਓ, ਭਾਵ ਕਿ ਜਿਸ ਪਰਮਾਤਮਾ ਦਾ ਗਿਆਨ ਹੋਇਆ ਨਾ, ਜਿਸ ਪਰਮਾਤਮਾ ਦੀ ਗੁਰੂ ਕੀ ਬਾਣੀ ਰਾਂ ਜਾਣ ਪਹਿਚਾਣ ਬਣੀ, ਅਤੇ ਹੁਣ ਸੁਰਤੀ ਜਿਹੜੀ ਹੈ ਉਸ ਗੁਣਾਂ ਦੇ ਵਿੱਚ ਜਾ ਕੇ ਟਿਕ ਗਈ। ਰੱਬੀ ਗੁਣਾਂ ਨਾਲ ਜਾਣ ਪਹਿਚਾਣ ਜਿਹਨਾਂ ਨਾਲ ਬਣੀ ਸੀ ਨਾ, ਹੁਣ ਸੁਰਤ ਉੱਥੇ ਜਾ ਕੇ ਟਿਕ ਗਈ। ਅਸੀਂ ਕੀ ਕਰਦੇ ਹਾਂ, ਕਈ ਵਾਰੀ ਗਿਆਨਤਾ ਹਾਸਲ ਕਰ ਲੈਂਦੇ ਵੀ ਪਰਮਾਤਮਾ ਦਿਆਲੂ ਹੈ, ਕਿਰਪਾਲੂ ਹੈ, ਪਰ ਉਹਦਾ ਅਨੁਭਵ ਸਾਡੇ ਕੋਲ ਨਹੀਂ ਹੁੰਦਾ। ਸਾਡੀ ਸੁਰਤ ਇਸ ਕਰਕੇ ਟਿਕਦੀ ਕੋਈ ਨਹੀਂ, ਸਾਡਾ ਧਿਆਨ ਬਣਦਾ ਕੋਈ ਨਹੀਂ। ਮਹਾਰਾਜ ਕਹਿੰਦੇ ਫਿਰ ਉਹ ਜੀਵ ਆਤਮਾ ਕੀ ਕਰਦੀ ਹੈ, ਉਹ ਪਰਮਾਤਮਾ ਦੇ ਧਿਆਨ ਵਿੱਚ ਚਲੀ ਜਾਂਦੀ ਹੈ, ਕਿਉਂਕਿ ਉਸਦਾ ਗਿਆਨ ਪਾਓ ਕਿ ਉਸਦੇ ਗੁਣ ਚੇਤੇ ਕਰਦੀ ਹੈ। ਧਿਆਨ ਦਾ ਅਰਥ ਉਸਦੇ ਨਾਲ ਸੁਰਤ ਜੋੜ ਲੈਂਦੀ ਹੈ, ਪਾਓ ਕਿ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਂਦੀ ਉਸਦੀ। ਗੁਣ ਅੰਕ ਸਮਾਣੇ, ਉਹਦੀ ਸੁਰਤ ਪ੍ਰਭੂ ਚਰਨਾਂ ਵਿੱਚ ਜਦੋਂ ਟਿਕਦੀ ਹੈ ਅਤੇ ਪਰਮਾਤਮਾ ਦੇ ਗੁਣ ਜਿਹੜੇ ਨੇ ਉਹਦੇ ਹਿਰਦੇ ਵਿੱਚ ਆ ਕੇ ਵਸ ਜਾਂਦੇ ਹਨ। ਪਰਮਾਤਮਾ ਦੇ ਸਾਰੇ ਗੁਣ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਗੱਲ ਪੱਲੇ ਬੰਨਣ ਵਾਲੀ ਹੈ ਗੁਰਸਿੱਖੋ। ਇਹ ਸਾਰੇ ਗੁਣ ਜਿਤਨੇ ਵੀ ਸਾਡੇ ਕੋਲ ਚੰਗੇ ਗੁਣ ਨੇ ਸਾਰੇ ਪਰਮਾਤਮਾ ਦੇ ਨੇ। ਕਰਤੇ ਵਿੱਚ ਸਾਰੇ ਗੁਣ ਨੇ, ਸਾਡੇ ਵਿੱਚ ਸਾਰੇ ਔਗੁਣ ਨੇ। ਅਤੇ ਸਿੱਖ ਨੇ ਕੀ ਕਰਨਾ, ਉਸਦੇ ਗੁਣਾਂ ਨੂੰ ਇਕੱਠੇ ਕਰੀ ਜਾਣਾ, ਆਪਣੇ ਜੀਵਨ 'ਚੋਂ ਔਗੁਣ ਤਿਆਗੀ ਜਾਣੇ ਨੇ, ਬੁਰਾਈਆਂ ਛੱਡੀ ਜਾਣੀਆਂ ਹਨ। ਜਦੋਂ ਸਮਝ ਆਈ ਕਿ ਇਹ ਕੰਮ ਠੀਕ ਨਹੀਂ, ਇਹ ਰਸਨਾ ਨਾਲ ਬੋਲ ਕੇ ਘਰ 'ਚ ਲੜਾਈ ਹੁੰਦੀ, ਉਹ ਕੰਮ ਬਚਨ ਬੋਲਣੇ ਬੰਦ ਕਰ ਦੇਣੇ ਨੇ। ਕੋਈ ਚੀਜ਼ ਸੁਣਦੇ ਹਾਂ ਘਰ 'ਚ ਕਲੇਸ਼ ਹੁੰਦਾ, ਉਹ ਛੱਡ ਦੇਣੀ ਹੈ। ਦੇਖੋ ਇੱਦਾਂ ਜੀਵਨ ਘੜਿਆ ਜਾ ਸਕਦਾ ਹੈ। ਜੇ ਅਸੀਂ ਚਾਹੁੰਦੇ ਵੀ ਸਾਡਾ ਜੀਵਨ ਘੜਿਆ ਜਾਏ, ਸਾਡਾ ਪਰਿਵਾਰ ਹੀ ਅਸਲ ਵਿੱਚ ਸੱਚਖੰਡ ਬਣ ਜਾਏ। ਗੁਰੂ ਸਾਹਿਬ ਤਾਂ ਹੀ ਕਹਿੰਦੇ ਮੈਂ ਤਾਂ ਦੇਖਣਾ ਚਾਹੁੰਦਾ ਮੇਰੇ ਸਿੱਖ ਦਾ ਘਰ ਜਿਹੜਾ ਨਾ ਉਹ ਧਰਮਸ਼ਾਲਾ ਹੋਵੇ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ
ਸਦਾ ਵਿਸੋਵਾ। ਮੇਰੇ ਸਿੱਖ ਦਾ ਘਰ ਧਰਮਸ਼ਾਲਾ ਹੋਵੇ। ਗੁਰਦੁਆਰਾ, ਧਰਮਸ਼ਾਲਾ ਦਾ ਅਰਥ ਗੁਰਦੁਆਰਾ। ਜਿਵੇਂ ਆਪਾਂ ਗੁਰਦੁਆਰੇ 'ਚ ਬੈਠੇ ਸਾਰੇ ਇਕੱਠੇ, ਇਸ ਤਰ੍ਹਾਂ ਘਰ ਦੇ ਸਾਰੇ ਜੀਵ ਇਕੱਠੇ ਹੋਣ, ਇਕੱਠੇ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨ। ਇੱਕ ਬੜੀ ਸੋਹਣੀ ਗੱਲ ਮੈਨੂੰ ਚੇਤੇ ਆਈ, ਬੜਾ ਪਿਆਰਾ ਰਹਿਤਨਾਮਾ ਗੁਰੂ 10ਵੇਂ ਪਾਤਸ਼ਾਹ ਨੇ ਜਿਹੜੇ 52 ਕਵੀ ਰੱਖੇ ਸਨ, ਅਤੇ ਗੁਰੂ ਸਾਹਿਬ ਜੀ ਨਾ ਰਹਿਤਨਾਮੇ ਜਿਹੜੇ ਰਹਿਤ ਹੈ ਸਿੱਖ ਨੇ ਕਿਹੜੀ ਰਹਿਤ 'ਚ ਰਹਿਣਾ, ਉਹ ਸਿੱਖਾਂ ਨੂੰ ਦ੍ਰਿੜ ਕਰਾਉਂਦੇ ਸਨ। ਅਤੇ ਜਿਹੜੇ 52 ਕਵੀ ਸਨ ਉਹ ਲਿਖ ਲੈਂਦੇ ਸਨ, ਆਪਣੇ ਆਪਣੇ ਢੰਗ ਦੀ ਕਵਿਤਾ ਜਿਵੇਂ ਕਰਦੇ ਸਨ ਉਸ ਤਰੀਕੇ ਨਾਲ ਲਿਖ ਲੈਂਦੇ ਸਨ। ਭਾਈ ਦੇਸਾ ਸਿੰਘ ਉਹਨਾਂ ਨੇ ਬੜਾ ਪਿਆਰਾ ਰਹਿਤਨਾਮਾ ਲਿਖਿਆ। ਉਹ ਕਹਿੰਦੇ ਨੇ ਕਿ 10ਵੇਂ ਪਾਤਸ਼ਾਹ ਨੇ ਸਿੱਖ ਨੂੰ ਰਹਿਤ ਸਮਝਾਈ ਕਿ ਸਿੰਘ ਸਿੰਘਣੀ ਮਿਲ ਬਹਿ ਚਰਚਾ ਕਰੇ ਅਪਾਰ। ਰਹਿਤਨਾਮਾ ਹੈ ਜੀ। ਗੁਰੂ ਗੋਬਿੰਦ ਸਿੰਘ ਸਮਝਾ ਰਹੇ ਨੇ ਕਿ ਸਿੱਖਾਂ ਨੇ ਕਿਵੇਂ ਜੀਵਨ ਕਰਨਾ ਹੈ। ਤੁਸੀਂ ਵੀ ਸਾਰੇ ਸੁਣ ਲਓ। ਕਹਿੰਦੇ ਸਿੰਘ ਭਾਵ ਪਤੀ, ਸਿੰਘਣੀ ਦਾ ਅਰਥ ਹੈ ਪਤਨੀ। ਸਹੀ ਲਫ਼ਜ਼ਾਂ ਵਿੱਚ ਤੁਹਾਨੂੰ ਗੱਲ ਸਮਝ ਵਿੱਚ ਆ ਜਾਏ। ਸਿੰਘ ਅਤੇ ਸਿੰਘਣੀ, ਪਤੀ ਅਤੇ ਪਤਨੀ ਦੋਨੋਂ ਮਿਲ ਕੇ ਬੈਠਣ, ਚਰਚਾ ਕਰਨ ਅਪਾਰ। ਉਸ ਅਪਾਰ ਪ੍ਰਭੂ ਦੀ ਚਰਚਾ ਕਰਨ ਜਿਹੜਾ ਬੇਅੰਤ ਅਕਾਲ ਪੁਰਖ ਵਾਹਿਗੁਰੂ ਹੈ। ਫਿਰ ਮਹਾਰਾਜ ਕਹਿਣ ਲੱਗੇ ਕੱਲੀ ਉਹ ਦੋਨੋਂ ਆਪ ਹੀ ਨਾ ਕਰਨ। ਸਿੰਘ ਸਿੰਘਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇਂ ਪੁੱਤ ਕੋ। ਪੁੱਤ ਦਾ ਅਰਥ ਹੈ ਬੱਚੇ। ਜਿਵੇਂ ਆਪਾਂ ਧੀ ਨੂੰ ਵੀ ਪੁੱਤ ਕਹਿੰਦੇ ਹਾਂ ਪਿਆਰ ਨਾਲ, ਮੇਰਾ ਲਾਡਲਾ ਪੁੱਤ ਹੈ, ਧੀ ਹੈ ਪਰ ਅਸੀਂ ਕੀ ਕਹਿੰਦੇ ਪੁੱਤ। ਇਸ ਕਰਕੇ ਪੁੱਤ ਅੱਖਰ ਦੋਨਾਂ ਵਾਸਤੇ ਹੈ। ਇਹ ਪੁੱਤਰ ਜਿਹੜਾ ਮਰਦ ਵਾਸਤੇ ਨਹੀਂ, ਇਸਤਰੀ ਅਤੇ ਮਰਦ ਪਾਓ ਕਿ ਲੜਕੀ ਅਤੇ ਲੜਕੇ ਵਾਸਤੇ ਇਕੱਠਾ ਸਮੂਹਿਕ ਲਫ਼ਜ਼ ਹੈ, ਦੋਨਾਂ ਵਾਸਤੇ ਲਫ਼ਜ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਿੱਥੇ ਸਿੰਘ ਅਤੇ ਸਿੰਘਣੀ ਮਿਲ ਕੇ ਬੈਠਣ, ਪਰਮਾਤਮਾ ਦੀ ਸਿਫਤ ਸਲਾਹ ਕਰਨ, ਅਪਾਰ ਪ੍ਰਭੂ ਦੀ ਇਬਾਦਤ ਕਰਨ, ਉੱਥੇ ਆਪਣੇ ਬੱਚਿਆਂ ਨੂੰ ਆਵਾਜ਼ ਮਾਰਨ। ਸਿੰਘ ਸਿੰਘਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾ ਮੈਂ ਪੁੱਤ ਕੋ। ਆਪਣੇ ਬੱਚਿਆਂ ਨੂੰ ਭਜਨ ਸਿਖਾਉਣ। ਨਿਸ ਭਜ ਬਾਰੰਬਾਰ, ਆਖਣ ਵੀ ਨਿੱਤਾ ਪ੍ਰਤੀ ਉਸ ਪਰਮਾਤਮਾ ਨੂੰ ਭਜਣਾ। ਅੱਜ ਸਾਡੇ ਵਿੱਚ ਇਹ ਚੀਜ਼ਾਂ ਖਤਮ ਹੋ ਗਈਆਂ। ਸਿੱਖੀ ਖਤਮ ਹੋਣ ਦਾ ਜਾਂ ਸਿੱਖੀ ਸਾਡੇ ਜੀਵਨ 'ਚ ਨਾ ਵਸਣ ਦਾ ਕਾਰਨ ਹੀ ਇਹ ਹੈ। ਪਹਿਲਾਂ ਕਦੀ ਸਮਾਂ ਹੁੰਦਾ ਸੀ ਕਿ ਜਦੋਂ ਅੰਮ੍ਰਿਤ ਵੇਲਾ ਹੋਣਾ, ਸਾਰੇ ਪਰਿਵਾਰ ਨੇ ਇਕੱਠੇ ਜਪਜੀ ਸਾਹਿਬ ਕਰਨਾ, ਇਕੱਠੇ ਨਿਤਨੇਮ ਕਰਨਾ, ਸ਼ਾਮ ਦਾ ਰਹਿਰਾਸ ਇਕੱਠੇ ਕਰਨਾ, ਸੌਣ ਵੇਲੇ ਸੋਹਿਲਾ ਸਾਰਿਆਂ ਨੇ ਇਕੱਠੇ ਕਰਨਾ। ਚਲੋ ਅੱਜ ਮੰਨਦੇ ਹਾਂ ਕਿ ਸਾਡੇ ਸਾਰਿਆਂ ਦੇ ਫਿਲਡ ਵੱਖੋ ਵੱਖਰੇ ਨੇ, ਇਤਨੀ ਵੀ ਛੂਟ ਹੈ ਤੁਹਾਨੂੰ। ਇੱਕ ਬੇਨਤੀ ਕਰਾਂ, ਮੰਨ ਲਓ ਕਿ ਸਾਡੇ ਸਾਰਿਆਂ ਦੇ ਫਿਲਡ ਵੱਖਰੇ ਨੇ। ਪੁੱਤਰ ਕਿਸੇ ਹੋਰ ਕੰਮ 'ਤੇ ਜਾ ਰਿਹਾ ਹੈ, ਪਤਨੀ ਕਿਸੇ ਹੋਰ ਕੰਮ 'ਤੇ ਜਾ ਰਹੀ ਹੈ, ਪਤੀ ਕਿਸੇ ਹੋਰ ਕੰਮ 'ਤੇ ਜਾ ਰਿਹਾ ਹੈ, ਆਪਸ ਦੇ ਵਿੱਚ ਤਾਲਮੇਲ ਨਹੀਂ ਬੈਠ ਰਿਹਾ। ਪਰ ਦਿਨ ਦੇ ਵਿੱਚ ਸਵੇਰੇ ਸ਼ਾਮ ਦਾ ਕੋਈ ਐਸਾ ਵਕਤ ਹੋਵੇਗਾ ਜਦੋਂ ਆਪਾਂ 10 ਮਿੰਟ 15 ਮਿੰਟ ਇਕੱਠੇ ਬਹਿ ਸਕੀਏ। ਮੈਂ ਤਾਂ ਇਹ ਵੀ ਬੇਨਤੀ ਕਰਨਾ, ਠੀਕ ਹੈ ਪੂਰਾ ਦਿਨ ਤੁਸੀਂ ਕੰਮ ਕਰਦੇ ਹੋ, ਪੂਰਾ ਦਿਨ ਇਕੱਠੇ ਹੋ ਕੇ ਵੱਖਰਾ ਵੱਖਰਾ ਸਾਰਿਆਂ ਨੇ ਪਾਠ ਕੀਤਾ ਮਨਜ਼ੂਰ ਹੈ, ਪਰ ਸ਼ਾਮ ਨੂੰ ਜਦੋਂ ਸੌਣ ਲੱਗੋ ਸਾਰਾ ਪਰਿਵਾਰ ਇੱਕੋ ਕਮਰੇ 'ਚ ਬੈਠ ਕੇ ਇੱਕੋ ਥਾਂ 'ਤੇ ਸੋਹਿਲਾ ਸਾਹਿਬ ਇਕੱਠੇ ਪੜ੍ਹ ਲਓ। ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਓ, ਆਪ ਵੀ ਬੈਠ ਕੇ ਸੋਹਿਲਾ ਸਾਹਿਬ ਦਾ ਪਾਠ ਕਰੋ, ਔਰ ਪਾਠ ਉੱਚੀ ਆਵਾਜ਼ 'ਚ ਕਰੋ। ਜਦੋਂ ਉੱਚੀ ਆਵਾਜ਼ ਕਰਦੇ ਨਾ, ਫਿਰ ਸਾਨੂੰ ਅੰਦਰ ਗੱਲ ਗੁਰਬਾਣੀ ਦੀ ਜਿਹੜੀ ਗੱਲ ਉਹ ਕਰ ਕਰਦੀ, ਨਹੀਂ ਤਾਂ ਦੋ ਵਿਚਾਰਾਂ ਅੰਦਰ ਚੱਲਦੀਆਂ ਰਹਿੰਦੀਆਂ। ਇੱਕ ਪਾਠ ਚੱਲਦਾ ਰਹਿੰਦਾ, ਕੋਈ ਹੋਰ ਵਿਚਾਰ ਚੱਲਦੀ ਰਹਿੰਦੀ। ਦਿਨ ਦੇ ਪੂਰੇ ਕੀਤੇ ਹੋਏ ਕੰਮ ਚੱਲਦੇ ਰਹਿੰਦੇ ਨੇ, ਹੋਰ ਕਿਹੜੀ ਕਿਹੜੀ ਯਾਦਾਂ ਸਾਡੇ ਅੰਦਰ ਚੱਲਦੀਆਂ ਰਹਿੰਦੀਆਂ। ਜਦੋਂ ਉੱਚੀ ਆਵਾਜ਼ 'ਚ ਪਾਠ ਕਰੋਗੇ ਨਾ, ਅਤੇ ਜਿਹੜੀ ਬਾਕੀ ਗੱਲਾਂ ਐਕਸਟਰਾ ਆ ਜਾਂਦੀਆਂ ਉਹ ਨਹੀਂ ਆਉਣਗੀਆਂ। ਗੁਰੂ ਪਿਤਾ ਜੀ ਨੇ ਪਿਆਰ ਵੱਲੋਂ ਬੜੀ ਕਿਰਪਾ ਕੀਤੀ। ਉੱਥੇ ਜਦੋਂ ਉਪਦੇਸ਼ ਇਸ ਕਰਕੇ ਦਿੱਤਾ ਤਾਂ ਕਿ ਸਾਂਝਾ ਉਪਦੇਸ਼ ਸਾਨੂੰ ਦੇ ਦਿੱਤਾ। ਜਦੋਂ ਸੋਹਿਲਾ ਸਾਹਿਬ ਉੱਚੀ ਆਵਾਜ਼ ਪੜ੍ਹੋਗੇ ਅਤੇ ਕਹੋਗੇ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜਿਐੜੇ ਸਮਾਲੀਆਂ, ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ। ਸ਼ੁਕਰਾਨਾ ਨਿਕਲੇਗਾ ਅੰਦਰੋਂ, ਪਾਤਸ਼ਾਹ ਜੋ ਤੂੰ ਦਿੱਤਾ ਹੈ ਤੇਰੇ ਦਾਨ ਦੀ ਕੋਈ ਕੀਮਤ ਨਹੀਂ। ਇਹ ਜੀਵਨ ਦਿੱਤਾ, ਪਰਿਵਾਰ ਦਿੱਤਾ, ਧਨ ਪਦਾਰਥ ਦਿੱਤੇ, ਰੋਟੀ ਖਾ ਕੇ ਬੈਠੇ ਆ, ਸੌਣ ਲੱਗੇ ਆ, ਇਹ ਬੈੱਡ ਸੋਹਣੇ ਦਿੱਤੇ ਨੇ, ਇਹ ਤੇਰੇ ਦਾਨ ਦਿੱਤੇ ਹੋਏ ਨੇ, ਇਸ ਦਾਨ ਦੀ ਕੋਈ ਕੀਮਤ ਨਹੀਂ। ਸ਼ੁਕਰਾਨਾ ਕਰੋਗੇ, ਰੋਮ ਰੋਮ ਤੋਂ ਸ਼ੁਕਰਾਨਾ ਕਰੋ। ਸਾਰਾ ਪਰਿਵਾਰ ਬੈਠ ਕੇ ਕਰਕੇ ਦੇਖਣਾ। ਗੁਰੂ ਸਾਹਿਬ ਨੇ ਐਵੇਂ ਨਹੀਂ ਸਾਨੂੰ ਰਹਿਤਨਾਮੇ ਦਿੱਤੇ, ਐਵੇਂ ਗੁਰਬਾਣੀ ਸਾਰੀ ਰਹਿਤ ਹੈ ਪਰਮਾਤਮਾ ਦੇ ਨਾਲ ਜੁੜਨ ਵਾਸਤੇ। ਫਿਰ ਇਹ ਬਚਨ ਸੁਣ ਲਓ, ਸਿੰਘ ਸਿੰਘਣੀ ਮਿਲ ਬਹਿ ਚਰਚਾ ਕਰੈ ਅਪਾਰ, ਭਜਨ ਸਿਖਾਵੇਂ ਪੁੱਤ ਕੋ, ਨਿਸਭਜ ਬਾਰੰਬਾਰ। ਆਪ ਵੀ ਕਰਨ, ਆਪਣੇ ਬੱਚਿਆਂ ਨੂੰ ਵੀ ਸਿਖਾਉਣ।
ਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿ ਰਹੇ ਨੇ, ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਨਾ, ਗਿਆਨ ਧਿਆਨ ਗੁਣ ਅੰਕ ਸਮਾਨੇ ਪ੍ਰਭ ਪਹਾਣੇ ਤਾਂ ਪਾਇਆ, ਪ੍ਰਭੂ ਦੀ ਰਜਾ ਅਨੁਸਾਰ ਇਹ ਸਭ ਕੁਝ ਜੀਵ ਇਸਤਰੀ ਨੂੰ ਫਿਰ ਚੰਗਾ ਲੱਗਣ ਲੱਗ ਪਏਗਾ। ਪਰਮਾਤਮਾ ਦੀ ਰਜਾ ਵਿੱਚ ਜੋ ਵਰਤਾਰਾ ਵਰਤ ਰਿਹਾ ਉਹ ਸਾਨੂੰ ਚੰਗਾ ਲੱਗੇਗਾ। ਦੁੱਖ ਆਵੇ ਸੁੱਖ ਆਵੇ ਖੁਸ਼ੀ ਗਮ लगेगा महाराज जो तू कर रहे हैं अपने मुताबिक सब ठीक कर रहे हैं, सानू सब कुछ परवान है। फिर लास्ट पंक्तियां विच मेरे सतगुरु ने आख्या, गीत नाद कवित कवे सुन राम नाम दुख भागै। प्रभु दी सिफ सलाह दे गीत, नाद का अर्थ होंदा बाणी, कवित का अर्थ है काब, कवे का अर्थ है कवितावां सुन सुन के, राम नाम दुख भागै। प्रभु दे नाम विच जुड़ के उसका होर सारा दुख भाग्य का अर्थ है नाश हो जाता है, दूर चला जाता है। जे असीं चाहुंदे हां ना जे दुख साडे जीवन च है तो ये नाश हो जाए, तो सतगुरु आख रहे ने परमात्मा की सिफ सलाह दे गीत सुनिया कर, सिफ सलाह की बाणी सुनिया कर, उसकी काव्य रचना जो बाणी विच है वो सुनिया कर। जिवें तू परमात्मा के नाम नूं सुनेगा तेरे जीवन का दुख दूर हो जाएगा, क्योंकि उसके नाम च ताकत है। दुख भंजन तेरा नाम जी, दुख भंजन तेरा नाम। 8 पहर आराधिए पूरन सतगुर ज्ञान। दुख जे दूर करना है, गुरु तेग बहादुर महाराज ने आख्या, हर के नाम बिना दुख पावै, भगत बिना सहसा नहीं चूकै, गुर ए भेद बतावै। हर के नाम तो बिना दुख प्राप्त होंदा है। नाम जपन लग पैंगा दुख सारे नाश हो जाएंगे। लास्ट पंक्ति च गुरुदेव ने आख्या, नानक सातन नहा प्यारी, अब भगति पर आगै। हे नानक, वो जीव स्त्री प्रभु पति नूं प्यारी हो जाती है। नानक सात तन, तन का अर्थ है जीव आत्मा, नहा का अर्थ है खसम, प्यारी का अर्थ है प्यारी लगन लग पैंदी। पाओ कि वो जीव स्त्री प्रभु पति नूं प्यारी लगती है। पाओ कि असीं रब नूं प्यारे लगन लग पैंदे, परमेश्वर नूं असीं चंगे लगन लग पैंदे हाँ। रब सानू बहुत अच्छा समझन लग पैंदा। सौखे सौखे लफ्ज़ां च गल करा, वाहिगुरू कहंदा तुसीं बड़े चंगे इंसान बन गए हो, तुहाडे अंदर चंगियाइयां आ गईयां, जो मैं चाहुंदा सी तुहाडी चंगियाइयां करके मैं तुहानूं प्यार करना। याद रखना, जदों सानू कितों प्यार मिले ना तो समझ लेना परमात्मा ने ये चंगियाइयां बख्शियां ने तां सानू प्यार मिल रहा है। किते भी जाइए ना बड़ा प्यार मिलता है। कई बारी इत्थे तो चलो महाराज की कृपा नाल विचार करी दी है, किते आसे पासे भी जाइए ना उत्थे जाके संगतां बहुत अथा प्यार करदियां। एक दिन पिछे मैं किते कथा की तो उत्थे बुजुर्ग माता जी बैठे सन। 1 घंटा कथा हो गई, बाद मैनू कहंदे बेटा मैनू तो लगता सी इस तरह ही चली जाए, पर बंद क्यों कर दिता। मैं कि माता जी टाइम हो गया सी। एक बार उच्चारण करो सतनाम। कहंदे घंटे का तो पता ही कोई नहीं लग्या मैनू। कहना मैनू इतना आनंद आया, मैं सोची भी पुत लगी जाए अगे कथा करी जाए। गलबकड़ी विच लिया, बड़ा प्यार दिता, बड़ी असीसां दित्तियां, क्योंकि आपां गल गुरु की करनी है, आपां गल गुरबाणी की करनी। जो आपां गुरबाणी नाल जुड़ जावांगे ना समय का भी नहीं पता लगना ये समा कदों कथा का पूरा हो गया, क्योंकि आपां आसे पासे की गल्लां करांगे सुरत पदार्थां 'च ही खिंडी रहेगी। पर आपां निरोल गुरबाणी की विचार करांगे ना तो साडी सुरत प्रभु के चरनां नाल जुड़ जाएगी। मेरे सतगुरु कहन लगे फिर हे मनुख तू रब नूं प्यारा लगेगा। तो तुसीं कहोगे भी रब नूं असीं प्यारे लगदे हाँ, नहीं लगदे, निशानी की है। तुसीं बैठे हो ना कथा सुने, तुहानूं समां दा पता नहीं लग रहा, समझ लो तुसीं रब नूं प्यारे लग रहे हो। एक बार उच्चारण करो सतनाम। जदों तुहानूं गुरु के बचन सुनने प्यारे लगन लग पैण ना समझ लेना रब नूं तुसीं बड़े प्यारे लग रहे हो। जदों तुहानूं औखा होवे ना रब दे बचन सुनन लग्या समझ लो रब नूं असीं प्यारे नहीं लग रहे। ये निशानी है, किसी को पुछण की लोड़ नहीं। जदों गुरु की कथा, गुरु की वचन, गुरु का कीर्तन मन नूं भा रहा होवे समझ लो गुरु नूं बड़े प्यारे लग रहे हाँ, तां ही सानूं भा रहा है। फिर महाराज आखन लगे अब भगती फिर आगे, वो अपनी दिली प्यार प्रभु दे अगे भेंट कर दी है जीव आत्मा। अब भगती, अब भगती का अर्थ होता है दिल, भगती का अर्थ है प्यार। पाओ कि दिली प्यार जिहड़ा है ना वो परमात्मा दे अगे पेश कर दी है। अब भगती फिर आगे, अपना दिली प्यार परमात्मा दे अगे सिख ने भेंट करना है। इसनूं गुरु अर्जन देव जी महाराज ने इदां आख्या है। महाराज आखन दे कि जाको हर रंग लागो इस युग में सो कहियत है सूरा, आत्म जिन्हें सगल वस्ताकै जाका सतगुर पूरा, ठाकुर गाइए आत्म रंग। आत्म रंग का अर्थ दिली प्यार नाल परमात्मा की सिफत करो।
ठाकुर गाइए आत्म रंग शरणी पावन नाम तिहावन सहज समावन संग। महाराज कहते जन के चरण बसै मेरे हियरै संग पुनीता देही जन की तूर देहो कृपा निध नानक कह सुख यही। सारिਆਂ ਦੇ ਸਿਰ ਤੇ ਮਹਾਰਾਜ ਆਪਣਾ ਮਿਹਰ ਦਾ ਹੱਥ ਰੱਖਣ। ਅੱਜ ਮੱਘਰ ਦਾ ਮਹੀਨਾ ਆਰੰਭ ਹੋਇਆ। ਮੱਘਰ ਮਹਾਭਲਾ ਹੋ ਜਾਏ ਜੋ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੁੱਖ ਸੁੱਖਾਂ ਨਾਲ ਸਾਰਿਆਂ ਦਾ ਬਤੀਤ ਹੋਵੇ। ਸਭਨਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ। ਅੱਜ ਮਾਝ ਰਾਗ ਦੇ ਵਿੱਚ ਵੀ ਗੁਰੂ ਨੇ ਉਪਦੇਸ਼ ਬਖਸ਼ਿਆ ਸੀ ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਗੁਰੂ ਕਿਰਪਾ ਕਰੇ ਸਾਹਿਬ ਸਾਰਿਆਂ ਨੂੰ ਮੇਲ ਲਵੇ, ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ਣ। ਮਹਾਰਾਜ ਇਤਨੇ ਬਚਨ ਬੇਨਤੀਆਂ ਪ੍ਰਵਾਨ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਕੇ ਬਚਨ ਆਪਣੇ ਹਿਰਦੇ 'ਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ। ਫਤਿਹ ਦੀ ਸਾਨ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।